पिछले कुछ हफ्तियां तो उन्होंने जो गुरमत गुरदा विशा हुकम ਅਤੇ ਹਉਮੈ ਦਾ ਆਰੰਭ ਕੀਤਾ ਹੋਇਆ ਹੈ ਉਸੇ ਲੜੀ ਦੇ ਵਿੱਚ ਉਸਦਾ ਅਗਲਾ ਭਾਗ ਮੈਂ ਆਪ ਜੀ ਨਾਲ ਸਾਂਝਾ ਕਰਾਂਗਾ। ਹੁਣੇ ਜੋ ਗੱਲਾਂ ਚੱਲ ਰਹੀਆਂ ਸੀਗਾ ਉਹ ਉਸੇ ਨੂੰ ਮੈਂ ਫਿਰ ਕਲੈਰੀਫਾਈ ਕਰਦੇ ਹੋਇਆ ਬੇਨਤੀ ਕਰਦੇ ਹਾਂ ਕਿ ਕੱਲ ਔਰ ਪਰਸੋਂ 2 ਦਿਨ ਜੋ 52 ਅੱਖਰੀ ਬਾਣੀ ਦੀ ਲੜੀਵਾਰ ਵਿਚਾਰ ਜੋ ਚੱਲ ਰਹੀ ਹੈ ਉਹਦੀ ਕੱਲ ਦੀ ਔਰ ਪਰਸੋਂ ਦੀ ਸੇਵਾ ਵੀਰ ਹਰਜੀਤ ਸਿੰਘ ਜੀ ਨੂੰ ਬੇਨਤੀ ਕੀਤੀ ਹੈ ਉਹ ਨਿਭਾਉਣਗੇ। मैं सिर्फ प्रिकॉशनरी रेस्ट लै रहा हाँ, तबीयत मेरी सब ठीक है अजे बट सो कल और परसों की सेवा भी वीर हरजीत सिंह जी करेंगे। तो अज का वो विषय जो है हुक्म ਅਤੇ ਹਉਮੈ ਦਾ वो आप जी के नाल आरंभ करते हैं। वाहिगुरू जी का खालसा वाहिगुरू जी की फतेह। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद वाहगुरू 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 वाहगुरू। वाहगुरू जी का खालसा वाहगुरू जी की फतेह। सन्मान जो गुरु सवारिओ, पिछले कुछ हफ्तियां तो ਅਸੀਂ ਹੁਕਮ ਅਤੇ ਹਉਮੈ ਦੇ ਵਿਸ਼ੇ ਦੇ ਉੱਤੇ ਵਿਚਾਰ ਕਰਦੇ ਆ ਰਹੇ ਹਾਂ। ਪਿਛਲੇ ਹਫਤੇ ਜੋ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਸਨ, ਥੋੜਾ ਜਿਹਾ ਆਪਾਂ ਇੱਕ ਅੱਧਾ ਮਿੰਟ ਉਹਦੇ ਵਿੱਚ ਲਾ ਲਈਏ। ਇਸ ਮਾਈਕੀ ਮੰਡਲ ਦੇ ਵਿੱਚ ਜੋ ਸੰਕਲਪ ਸਿਆਣਪਾਂ ਉਗਤੀਆਂ ਜੁਗਤੀਆਂ ਵਿਉਂਤਾਂ ਅਸੀਂ ਘੂੜਦੇ ਹਾਂ, ਇਹ ਸਭ ਸਾਡੇ ਹਉਮੈ ਦਾ ਹੀ ਪ੍ਰਗਟਾਵਾ ਹੈ। ਇਹ ਮਨ ਦੀ ਮਰਜ਼ੀ ਹੈ। ਸਾਡੀ ਹਉਮੈ ਵਿੱਚ ਰਹਿ ਕੇ ਅਸੀਂ ਭਾਣਾ ਹੁਕਮ ਚਾਓ ਜਾਂ ਰੰਗਤ ਦਾ ਪ੍ਰਗਟਾਵਾ ਅਸੀਂ ਕਰਦੇ ਹਾਂ। ਜਿਵੇਂ ਸਾਨੂੰ ਚਾਹੁੰਦਾ ਉਸ ਤਰ੍ਹਾਂ ਅਸੀਂ ਹੁਕਮ ਮੰਨਣ ਦੀ ਗੱਲ ਕਰਦੇ ਹਾਂ। ਇਸ ਤ੍ਰੈਗੁਣੀ ਮਾਇਆ ਦੇ ਵਿੱਚ ਰਜੋਗੁਣ ਤਮੋਗੁਣ ਸਤੋਗੁਣ ਜਿੱਥੇ ਮਾਈਕੀ ਮੰਡਲ ਹੈ, ਸਾਡਾ ਉੱਚੇ ਤੋਂ ਉੱਚਾ ਟੀਚਾ ਜਿਹੜਾ ਹੈ ਉਹ ਪਰਉਪਕਾਰ ਜਾਂ ਨੇਕੀ ਤੱਕ ਸੀਮਤ ਹੁੰਦਾ ਹੈ। ਪਰ ਇਹ ਪਰਉਪਕਾਰ ਵੀ ਨੇਕੀ ਵੀ ਸਾਡੀ ਹਉਮੈ ਦੇ ਉੱਤੇ ਆਧਾਰਿਤ ਹੁੰਦੀ ਹੈ। ਲੋਕੀ ਦੇਖ ਲੈਣ, ਲੋਕੀ ਕਰ ਲੈਣ, ਲੋਕੀ ਸਾਨੂੰ ਵੇਖਣ ਅਸੀਂ ਕਿੰਨੀ ਸੇਵਾ ਕੀਤੀ ਹੈ, ਕਿੰਨਾ ਦਾਨ ਅਸੀਂ ਦਿੱਤਾ ਹੈ, ਕਿੰਨੇ ਧਾਰਮਿਕ ਕਰਮ ਅਸੀਂ ਕਰਦੇ ਹਾਂ। ਇਹ ਧਾਰਮਿਕ ਕਿਰਿਆ ਫਿਰ ਸਾਡੀ ਕਰਮਕਾਂਡ ਬਣ ਜਾਂਦੀ ਹੈ। ਇਹਨੂੰ ਕਰਮਕਾਂਡ ਕਿਹਾ ਜਾਂਦਾ ਹੈ। ਇਹਦੇ ਵਿੱਚੋਂ ਮਨ ਦੀ ਸ਼ਾਂਤੀ ਪ੍ਰਾਪਤੀ ਨਹੀਂ ਹੁੰਦੀ, ਨਾ ਹੀ ਪਰਮੇਸ਼ਰ ਦੇ ਨੇੜੇ ਹੋਇਆ ਜਾ ਸਕਦਾ ਹੈ। ਇਹ ਜਿੰਨੇ ਕਰਮਕਾਂਡ ਹਨ ਇਹਦਾ ਆਧਾਰ ਹਉਮੈ ਹੈ। ਖਿਆਲ ਕਰਨਾ, ਇੱਕ ਅਗਿਆਨਤਾ ਹੈ, ਇੱਕ ਹਉਮੈ ਹੈ। ਜਿੰਨੇ ਅਸੀਂ ਕਰਮਕਾਂਡ ਕਰਦੇ ਹਾਂ, ਜਾਂ ਤਾਂ ਸਾਨੂੰ ਗਿਆਨ ਨਹੀਂ ਹੈ, ਦੂਜਾ ਅਸੀਂ ਹਉਮੈ ਵਿੱਚ ਆ ਕੇ ਕਰਦੇ ਹਾਂ। ਜਦੋਂ ਅਸੀਂ ਇਹ ਗੱਲਾਂ ਅਸੀਂ ਸੁਣਦੇ ਹਾਂ ਜਾਂ ਕਰਦੇ ਹਾਂ ਤਾਂ ਇਹ ਇਸ ਤਰ੍ਹਾਂ ਲੱਗਦਾ ਵੀ ਅਸੀਂ ਪਰਮੇਸ਼ਰ ਦੇ ਆਪ ਹੀ ਰੱਬ ਬਣ ਬੈਠੇ ਹਾਂ। ਦੂਜੇ ਲਫ਼ਜ਼ਾਂ 'ਚ ਅਸੀਂ ਇਉਂ ਗੱਲ ਕਰ ਲਈਏ। ਤੇ ਇਹਨਾਂ ਹਉਮੈ ਵਿੱਚ ਕੀਤੇ ਹੋਏ ਕਰਮ ਕਾਂਡਾਂ ਵਿੱਚ ਇਲਾਹੀ ਹੁਕਮ ਦਾ ਕੋਈ ਦਖਲ ਨਹੀਂ ਹੈ। ਉਹ ਵਾਹਿਗੁਰੂ ਦੇ ਹੁਕਮ ਦਾ ਕੋਈ ਦਖਲ ਨਹੀਂ, ਕਿਉਂਕਿ ਇਸ ਨੀਵੇਂ ਪੱਧਰ ਤੇ ਆ ਕੇ ਕੀਤੇ ਹੋਏ ਜਿਹੜੇ ਸਾਡੇ ਕਰਮ ਹਨ, ਇਹ ਜੋ ਅਸੀਂ ਕਰ ਰਹੇ ਹਾਂ, ਇਹ ਸਾਨੂੰ ਕਦੀ ਵੀ ਆਵਾਗਮ ਤੋਂ ਮੁਕਤ ਨਹੀਂ ਕਰ ਸਕਦੇ। ਜਿੱਥੇ ਇਲਾਹੀ ਹੁਕਮ ਹੈ, ਪਿਆਰੇ ਦਾ ਹੁਕਮ ਹੈ, ਉੱਥੇ ਉੱਚਮ ਉੱਚੀ ਸੁੱਚਮ ਸੁੱਚੀ ਰੱਬ ਦੀ ਰਜ਼ਾ ਕੰਮ ਕਰਦੀ ਹੈ। ਉੱਥੇ ਆਪਾ ਭਾਵ ਦਾ ਅਨਹੋਂਦ ਹੈ, ਉੱਥੇ ਆਪਾ ਭਾਵ ਨਹੀਂ ਹੈ। ਜਿੱਥੇ ਆਪਾ ਭਾਵ ਹੈ ਉੱਥੇ ਉਹ ਨਹੀਂ ਹੈ, ਜਿੱਥੇ ਉਹ ਹੈ ਉੱਥੇ ਮੈਂ ਨਹੀਂ ਹਾਂ। ਦੋਨਾਂ ਦਾ ਫਰਕ ਹੈ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਕਿੰਨਾ ਸਪਸ਼ਟ ਬੋਲ ਹਨ ਗੁਰੂ ਪਾਤਸ਼ਾਹ ਜੀ ਦੀ ਗੁਰਬਾਣੀ ਦੀ।
जब हम होते तब तू नहीं, ਭਗਤ ਰਵਿਦਾਸ ਜੀ ਕਿ ਕਿੰਨੇ ਬੋਲ ਵਧੀਆ ਹਨ। ਤੋ ਸਾਡਾ ਜਿਹੜਾ ਜੀਵਨ ਦਾ ਪੱਧਰ ਹੈ, ਜੋ ਅਸੀਂ ਕਰਦੇ ਹਾਂ, ਜੋ ਅਸੀਂ ਦੇਖਦੇ ਹਾਂ, ਇਹ ਸਾਰਾ ਕੁਝ ਹੀ ਹਉਮੈ ਦੇ ਅਧੀਨ ਹੋ ਕੇ ਚੱਲ ਰਿਹਾ ਹੈ। ਹੁਕਮ ਤੇ ਹਉਮੈ ਇਕੱਠੇ ਨਹੀਂ ਹੋ ਸਕਦੇ, ਦੋ ਚੀਜ਼ਾਂ ਇਕੱਠੀਆਂ ਨਹੀਂ ਰਹਿ ਸਕਦੀਆਂ। ਜੇ ਅਸੀਂ ਹੁਕਮ ਮੰਨਣ ਦੀ ਗੱਲ ਕਰਦੇ ਹਾਂ, ਫਿਰ ਆਪਣਾ ਭਾਵ ਤਿਆਗਣਾ ਪਵੇਗਾ। ਇਹ ਆਤਮਿਕ ਮੰਡਲ ਜੋ ਹੈ, ਇਹ ਪਿਆਰ ਦਾ, ਇਹ ਭਾਵਨਾ ਦਾ, ਇਹ ਆਪਾਂ ਅਰਪਣ ਕਰਨ ਦਾ ਇੱਕ ਮੰਡਲ ਹੈ। ਇਹ ਨਿਰਮਲ ਹੈ। ਇੱਥੇ ਪ੍ਰੀਤ, ਰਸ, ਚਾਉ ਜਾਂ ਸੁੰਦਰ ਜਾਂ ਸੁਹਾਵਨੇ, ਸੁਖਦਾਈ ਸਾਡਾ ਜੀਵਨ ਹੈ ਇਸ ਮੰਡਲ ਦਾ। ਇਹਦੇ ਵਿੱਚੋਂ ਪ੍ਰੇਮ ਭਾਵਨਾ ਦੀਆਂ ਸੂਖਮ ਨਿਰਮਲ ਆਤਮਿਕ ਕਿਰਨਾਂ ਜਿਹੜੀਆਂ ਹਨ, ਜੋ ਚੰਗਿਆੜੀਆਂ ਨਿਕਲਦੀਆਂ ਹਨ, ਉਹ ਸਾਡੇ ਅੰਦਰ ਤੇ ਬਾਹਰ ਨੂੰ ਪ੍ਰਕਾਸ਼ ਕਰ ਦਿੰਦੀਆਂ ਹਨ। ਦੇਖੋ, ਇਹ ਗੱਲ ਬੜੀ ਪਿਆਰ ਦੀ ਹੈ ਕਿ ਇਹ ਪਿਆਰ ਦਾ ਮੰਡਲ ਹੈ, ਇਹ ਰਸ ਦਾ ਮੰਡਲ ਹੈ, ਜੋ ਅਧਿਆਤਮਿਕ ਮੰਡਲ ਹੈ, ਆਤਮਿਕ ਮੰਡਲ ਹੈ, ਜਿਹਨੂੰ ਅਸੀਂ ਇਲਾਹੀ ਹੁਕਮ ਦੀ ਗੱਲ ਕਰਦੇ ਹਾਂ। ਇਹ ਅੰਦਰ ਦੀਆਂ ਕਹਾਣੀਆਂ ਹਨ। ਜਦੋਂ ਅੰਦਰ ਦੇ ਵਿੱਚ ਪਿਆਰ, ਪਵਿੱਤਰਤਾ, ਰਸ, ਪ੍ਰੀਤ, ਚਾਉ ਤੇ ਸੁਖਦਾਈ ਇਹ ਆਨੰਦ ਆਏਗਾ, ਫਿਰ ਅਸੀਂ ਬਾਹਰ ਮੁਖੀ ਹੋ ਕੇ ਵੀ ਇਹ ਆਨੰਦ ਮਾਣਾਂਗੇ। ਪਹਿਲਾਂ ਅੰਦਰ ਮਾਨਣ ਦੀ ਲੋੜ ਪਏਗੀ, ਅੰਦਰ ਮਾਨਣ ਦੀ ਲੋੜ ਪਏਗੀ। ਹੁਕਮ ਅੰਦਰੋਂ ਸ਼ੁਰੂ ਹੁੰਦਾ ਹੈ। ਜਦੋਂ ਸਾਡਾ ਮਨ ਦਾ ਝੁਕਾਅ ਬਾਹਰਮੁਖੀ ਹੁੰਦਾ ਹੈ, ਅਸੀਂ ਹਉਮੈ ਵਿੱਚ ਹੁੰਦੇ ਹਾਂ। ਜਦੋਂ ਮਨ ਦਾ ਝੁਕਾਅ ਅੰਤਰਮੁਖੀ ਹੁੰਦਾ ਹੈ, ਫਿਰ ਅਸੀਂ ਉਸ ਪਿਆਰ ਦੇ ਪਿਆਰੇ ਵਿੱਚ ਰੰਗੇ ਜਾਂਦੇ ਹਾਂ। ਤੇ ਜਦੋਂ ਪਿਆਰ ਦੇ ਪਿਆਰੇ ਵਿੱਚ ਰੰਗੇ ਜਾਂਦੇ ਹਾਂ, ਉਹਦੇ ਵਿੱਚੋਂ ਨਿਕਲਿਆ ਹੋਇਆ ਰੂਹਾਨੀ ਪ੍ਰਕਾਸ਼, ਆਤਮਿਕ ਪ੍ਰਕਾਸ਼, ਉਹਦੇ ਵਿੱਚੋਂ ਨਿਕਲਿਆ ਹੋਇਆ ਗਿਆਨ, ਉਹਦੇ ਵਿੱਚੋਂ ਨਿਕਲਿਆ ਹੋਇਆ ਪਿਆਰ, ਉਹ ਇੱਕ ਐਸਾ ਹੈ ਜੋ ਸਾਡਾ ਅੰਦਰ ਤੇ ਬਾਹਰ ਨੂੰ ਭਿੰਨ ਕੇ ਰੱਖ ਦਿੰਦਾ ਹੈ। ਉੱਥੇ ਹੈ ਭਿੰਨੀ ਰੈਣੜੀ ਵਾਲੀ ਗੱਲ, ਚਮਕਣ ਤਾਰੇ ਹੈ, ਉਹ ਚਿਮ ਚਿਮ ਵਰਸੇ ਅੰਮ੍ਰਿਤ ਧਾਰਾ ਰਾਮ, ਉਸ ਅਵਸਥਾ ਦੀ ਕਹਾਣੀ ਹੈ। ਉੱਥੇ ਅੰਮ੍ਰਿਤ ਵਰਸਦਾ ਹੈ। ਤੋ ਇਹ ਇਲਾਹੀ ਸ਼ਬਦ ਨਾਮ ਜੀਵਨ ਰੋ ਦੀ ਇੱਕ ਰਵਾਨਗੀ ਹੈ। ਬਸ ਜੀਵਨ ਰੋ ਦੀ ਇੱਕ ਹਰਕਤ ਨੂੰ ਹੀ ਹੁਕਮ ਕਿਹਾ ਜਾਂਦਾ ਹੈ, ਇਸ ਨੂੰ ਹੀ ਹੁਕਮ ਮੰਨਣਾ ਕਿਹਾ ਜਾਂਦਾ ਹੈ। ਜੋ ਹੁਕਮ ਪਰਮੇਸ਼ਰ ਦਾ ਸਭ ਥਾਈਂ ਭਰਪੂਰ ਹੈ। ਜਦੋਂ ਅਸੀਂ ਦੇਖਦੇ ਹਾਂ ਵੀ ਪਾਣੀ ਠੰਡਾ ਹੈ, ਨਿਰਮਲ ਹੈ, ਜੀਵਨ ਰੂਪ ਹੈ, ਪਵਿੱਤਰ ਹੈ, ਇਸ ਤਰ੍ਹਾਂ ਹੀ ਪਹਿਲਾ ਪਾਣੀ ਜਿਉ ਹੈ, ਜਿਤ ਹਰਿਆ ਸਭ ਕੋਏ ਦੀ ਗੱਲ ਵੀ ਗੁਰੂ ਪਾਤਸ਼ਾਹ ਨੇ ਕੀਤੀ ਹੈ। ਪਰ ਜੇ ਉਸ ਪਾਣੀ ਨੂੰ ਕਿਸੇ ਦੀ ਸ਼ਰਾਬ ਵਿੱਚ ਜਾਂ ਕਿਸੇ ਜ਼ਹਿਰ ਵਿੱਚ ਜਾਂ ਕਿਸੇ ਹੋਰ ਵਿੱਚ, ਦੁੱਧ ਵਿੱਚ ਹੀ ਮਿਲਾ ਦਈਏ, ਤਾਂ ਉਹ ਪਵਿੱਤਰ ਤੇ ਸ਼ੁੱਧ ਸਰੂਪ ਉਹਦਾ ਕਾਇਮ ਨਹੀਂ ਰਹਿੰਦਾ, ਉਹਦੇ ਗੁਣ ਬਦਲ ਜਾਂਦੇ ਹਨ। ਮਲਗੋਬੇ ਵਾਲੇ ਜੀਵਨ ਦੇ ਵਿੱਚੋਂ ਕਦੀ ਵੀ ਤੱਤ ਨਹੀਂ ਨਿਕਲ ਸਕਦਾ। ਜਿਹਦੇ ਮਲਗੋਬਾ ਜੀਵਨ ਹੈ, ਉਹਦੇ ਵਿੱਚੋਂ ਤੱਤ ਨਹੀਂ ਨਿਕਲ ਸਕਦਾ। ਤੱਤ ਕੱਢਣ ਲਈ ਤੱਤ ਦੇ ਨਾਲ ਹੀ ਜੀਵਨ ਰੱਖਣਾ ਪਏਗਾ, ਕਿਉਂਕਿ ਤੱਤ ਹੈ ਪਰਮੇਸ਼ਰ, ਹੁਕਮ ਤੱਤ ਹੈ। ਦੁਨੀਆਦਾਰੀ ਵੀ ਨਿਭਾਈ ਜਾਈਏ, ਉਹਦੀਆਂ ਰੀਤਾਂ ਵੀ ਕਰੀ ਚਲੀਏ, ਰਸਮੋ ਰਿਵਾਜ ਵੀ ਕਰਨੇ ਚਾਹੀਏ, ਤੇ ਹੁਕਮ ਮੰਨਣ ਦੀਆਂ ਗੱਲਾਂ ਵੀ ਕਰੀਏ। ਦੋ ਗੱਲਾਂ ਇਕੱਠੀਆਂ ਨਹੀਂ ਚੱਲ ਸਕਦੀਆਂ। ਦੁਨੀਆਦਾਰੀ ਦੀ ਨਿਭਾਉਣਾ ਹਉਮੈ ਦਾ ਪ੍ਰਗਟਾਵਾ ਹੈ, ਤੇ ਉਹਦੇ ਹੁਕਮ ਵਿੱਚ ਚੱਲਣਾ ਨਿਮਰਤਾ ਦਾ ਪ੍ਰਗਟਾਵਾ ਹੈ। ਉਹਦੇ ਅੰਦਰ ਝੁੱਕ ਕੇ ਚੱਲਣਾ ਹੈ। ਜਦੋਂ ਅੰਤਰਾਤਮੇ ਹੁਕਮ ਜੀਵਨ ਰੋ ਉੱਤੇ ਬਾਹਰਮੁਖੀ ਜੋ ਨੀਵੇਂ ਖਿਆਲਾਂ ਦਾ, ਜਾਂ ਅਸੀਂ ਕਹਿੰਦੇ ਨੇ ਬਾਹਰਮੁਖੀ ਨੀਵੇਂ ਖਿਆਲਾਂ ਦਾ ਜਦੋਂ ਜ਼ੋਰ ਪੈ ਜਾਂਦਾ ਹੈ, ਤਾਂ ਸਾਡਾ ਫਿਰ ਹਉਮੈ ਨਾਲ ਭਰਿਆ ਹੋਇਆ ਮਨ ਨੀਵੀਆਂ ਰੁਚੀਆਂ ਦਾ ਸ਼ਿਕਾਰ ਹੋ ਕੇ ਆਪਣੇ ਭਾਣੇ ਵਿੱਚ ਹੀ ਕਰਮ ਕਰਦਾ। ਹੁਣ ਆਪਣੇ ਭਾਣੇ ਵਿੱਚ ਭਾਵ ਆਪਣੀ ਮਰਜ਼ੀ ਮੁਤਾਬਕ ਕੰਮ ਕਰਦਾ ਹੈ, ਤੇ ਇਹ ਫਿਰ ਰੱਬ ਦੇ ਉਸ ਅਗੰਮੀ ਹੁਕਮ ਨੂੰ ਭੁੱਲ ਜਾਂਦਾ ਹੈ। ਤੋ ਇਹ ਗੱਲ ਜਿਹੜੀ ਬੜੀ ਪਿਆਰ ਵਾਲੀ, ਸਮਝਣ ਵਾਲੀ ਹੈ ਵੀ ਇਹ ਹੁਕਮ ਕੀ ਹੈ, ਹੁਕਮ ਕਿਸ ਤਰ੍ਹਾਂ ਹੈ। ਜਿੰਨਾ ਚਿਰ ਸਾਡੇ ਮਨ ਵਿੱਚ ਭਰਮ ਹੈ, ਅਸੀਂ ਹਉਮੈ ਦੇ ਦਾਇਰੇ ਵਿੱਚ ਹਾਂ। ਖਿਆਲ ਕਰਨਾ, ਆਪਣੀ ਮਨ ਮਰਜ਼ੀ ਹੈ, ਆਪਣੇ ਭਾਣੇ ਵਿੱਚ ਅਸੀਂ ਵਿਚਰਦੇ ਹਾਂ। ਅਸਲ ਵਿੱਚ ਸਾਨੂੰ ਆਪਣੇ ਭਰਮ ਭੁਲੇਖਿਆਂ ਦੀ ਸਮਝ ਹੀ ਨਹੀਂ ਆਈ। ਪਹਿਲੀ ਗੱਲ, ਆਪਣੀ ਹਉਮੈ ਦਾ ਵੀ ਸਾਨੂੰ ਗਿਆਨ ਨਹੀਂ ਹੁੰਦਾ। ਇਹ ਵੀ ਦੂਸਰੀ ਗੱਲ। ਜੇ ਪੜ੍ਹ ਸੁਣ ਕੇ ਦਿਮਾਗੀ ਸਮਝ ਆ ਵੀ ਜਾਵੇ, ਤੇ ਇਹਨਾਂ ਖਿਆਲਾਂ ਤੇ ਨਿਸ਼ਚਾ ਨਹੀਂ ਆਉਂਦਾ, ਜਿਸ ਕਰਕੇ ਅਸੀਂ ਪ੍ਰਾਵਣ ਉਸੇ ਜੀਵਨ ਵਿੱਚ ਹੀ ਰੁੜੀ ਜਾ ਰਹੇ ਹਾਂ, ਉਸੇ ਵਹਿਣ ਵਿੱਚ ਹੀ ਰੁੜਦੇ ਜਾਂਦੇ ਹਾਂ, ਜੋ ਵਹਿਣ ਸਾਡਾ ਪਹਿਲਾਂ ਤੋਂ ਚੱਲਦਾ ਆਉਂਦਾ ਹੈ।
ਸਾਨੂੰ ਸਮਝ ਵੀ ਆ ਗਈ ਹੈ, ਪਰ ਅਸੀਂ ਉਹਨੂੰ ਬਦਲਣਾ ਨਹੀਂ ਚਾਹੁੰਦੇ। ਜੇ ਦਿਮਾਗੀ ਨਿਸ਼ਚਾ ਆ ਵੀ ਜਾਵੇ ਤਾਂ ਵੀ ਹਉਮੈ ਦਾ ਭਰਮ ਗੜ ਨਹੀਂ ਟੁੱਟਦਾ। ਜੇ ਦਿਮਾਗੀ ਨਿਸ਼ਚਾ ਵਿਸ਼ਵਾਸ ਮੰਨ ਵੀ ਲਵੇ ਗੱਲਾਂ, ਪਰ ਹਉਮੈ ਦਾ ਗੜ ਨਹੀਂ ਟੁੱਟਦਾ। ਇਹ ਮਿੱਠੇ ਜੱਗ ਦੇ, ਇਹ ਜੱਗ ਮਿੱਠਾ ਅਗਲਾ ਕਿਨੇ ਡਿੱਠਾ ਦੇ ਭੁਲੇਖੇ ਵਿੱਚੋਂ ਕਿਸੇ ਉੱਚੀ ਆਤਮਿਕ ਅਵਸਥਾ ਦੀ ਸੁੱਝ ਹੀ ਨਹੀਂ ਹੁੰਦੀ, ਇਹਦੇ ਵਿੱਚ ਫਸ ਕੇ। ਇਹ ਜੱਗ ਮਿੱਠਾ, ਜਦੋਂ ਅਸੀਂ ਇਹੀ ਗੱਲ ਕਰਦੇ ਹਾਂ ਨਾ, ਅਗਲਾ ਕਿਨੇ ਡਿੱਠਾ, ਤਾਂ ਫਿਰ ਉੱਚੀ ਆਤਮਿਕ ਅਵਸਥਾ ਦੀ ਸੁੱਝ ਹੀ ਨਹੀਂ ਹੋ ਸਕਦੀ, ਕਿਉਂਕਿ ਅਸੀਂ ਉਸ ਮਾਰਗ ਤੇ ਚੱਲੇ ਹੀ ਨਹੀਂ ਹਾਂ। ਜਿਹੜੀ ਸਾਨੂੰ ਕੋਈ ਮਾੜੀ ਮੋਟੀ ਸੁੱਝ ਹੈ ਵੀ, ਉਹ ਵੀ ਫਿਰ ਇਹ ਜੱਗ ਮਿੱਠਾ ਦੇ ਵਿੱਚ ਹੀ ਰੁੜ ਕੇ ਚਲੀ ਜਾਂਦੀ ਹੈ। ਜੇ ਨਿਸ਼ਚਾ ਆ ਵੀ ਜਾਵੇ ਤਾਂ ਰੱਬੀ ਮਾਰਗ ਦੀ ਸਾਨੂੰ ਸਮਝ ਨਹੀਂ ਮਿਲਦੀ। ਤਾਂ ਗੱਲ ਕੀ ਹੈ ਵੀ ਅਸੀਂ ਇਸ ਹਉਮੈ ਨੂੰ ਜੇ ਸਹੀ ਪੁੱਛੀਏ ਵੀ ਅਸੀਂ ਨਿਰਣੇ ਤੋਂ ਬਗੈਰ, ਸਹੀ ਨਿਰਣੇ ਤੋਂ ਬਗੈਰ, ਬਹੁਤੇ ਸਾਡੇ ਜਗਿਆਸੂ ਆਤਮਿਕ ਪੰਧ ਦੇ ਵਿੱਚ ਹੀ ਅਟਕੇ ਹੋਏ ਹਨ। ਅਸੀਂ ਆਪ ਵੀ ਉਹਨਾਂ ਵਿੱਚ ਸ਼ਾਮਲ ਹਾਂ ਵੀ ਸਾਨੂੰ ਪੂਰੀ ਸੂਝੀ ਨਾ ਹੋਣ ਕਰਕੇ, ਸਹੀ ਨਿਰਣਾ ਨਾ ਕਰਨ ਕਰਕੇ ਅਸੀਂ ਰਸਤੇ ਵਿੱਚ ਹੀ ਫਸੇ ਹੋਏ ਹਾਂ। ਭੰਬਲ ਭੂਸਿਆਂ ਵਿੱਚ ਫਸ ਕੇ ਆਪਣੇ ਜੀਵਨ ਨੂੰ ਅਸੀਂ ਅਜਾਈ ਗਵਾ ਲੈਂਦੇ ਹਾਂ। ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ ਵਾਲਾ ਅਸੀਂ ਵਿੱਚੇ ਲਟਕ ਕੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਲੈ। ਸਮਝਦੇ ਅਸੀਂ ਆਪਣੇ ਨੂੰ ਧਰਮੀ ਹਾਂ, ਸਮਝਦੇ ਅਸੀਂ ਆਪਣੇ ਨੂੰ ਹੁਕਮੀ ਬੰਦੇ ਹਾਂ, ਲੇਕਿਨ ਅਸਲ ਵਿੱਚ ਅਸੀਂ ਹੁਕਮੀ ਬੰਦੇ ਹੈ ਨਹੀਂ ਹਾਂ। ਅਸੀਂ ਉਸ ਹੁਕਮੀ ਬੰਦੇ ਬਣੇ ਨਹੀਂ ਹਾਂ। ਅਸੀਂ ਤਾਂ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਹੁਕਮ ਸਾਧੇ ਦੀ ਅਵਸਥਾ ਦੇ ਉੱਤੇ ਹੀ ਅਸੀਂ ਖੜੇ ਹਾਂ। ਆਪਣੀ ਮਨ ਮਰਜ਼ੀ ਨਾਲ, ਆਪਣੇ ਭਾਣੇ ਨਾਲ ਇਲਾਹੀ ਹੁਕਮ ਦਾ ਨਿਰਣਾ ਨਹੀਂ ਹੋ ਸਕਦਾ। ਫਿਰ ਦੁਬਾਰਾ ਦੁਹਰਾ ਰਿਹਾ, ਆਪਣੀ ਮਨ ਮਰਜ਼ੀ ਨਾਲ, ਆਪਣੇ ਭਾਣੇ ਨਾਲ, ਭਾਵ ਆਪਣੇ ਅੰਦਰ ਦੀ ਗੱਲਾਂ ਨਾਲ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਝੋਟਾ ਖਾਵੇ ਦੇ ਹੁਕਮ ਅਨੁਸਾਰ ਉਸ ਵਾਹਿਗੁਰੂ ਦੇ ਅਗੰਮੀ ਹੁਕਮ ਦਾ ਨਿਖੇੜਾ ਨਿਰਣਾ ਨਹੀਂ ਹੋ ਸਕਦਾ। ਫਿਰ ਕਰੀਏ ਕੀ? ਗੁਰੂ ਪਾਤਸ਼ਾਹ ਫਿਰ ਕਹਿੰਦੇ ਨੇ, ਇਲਾਹੀ ਹੁਕਮ ਨੂੰ ਸਮਝਣ ਦੀ, ਪਛਾਣਨ ਦੀ ਜਾਂਚ ਨਹੀਂ ਆਉਂਦੀ ਤੇ ਨਾ ਹੀ ਸਾਨੂੰ ਕਦੀ ਫਿਰ ਲੋੜ ਲੱਗਦੀ ਹੈ। ਅਸੀਂ ਉੱਥੇ ਹੀ ਫਸ ਜਾਂਦੇ ਹਾਂ। ਪੜ੍ਹ ਸੁਣ ਕੇ ਦਿਮਾਗੀ ਵਿਰਾਗ ਦੇ ਉਛਾਲ ਨਾਲ ਝੂਮਣਾ ਜਾਂ ਅਨੋਖੀਆਂ ਹਰਕਤਾਂ ਕਰਨੀਆਂ, ਇਹ ਉਪਰਾ ਪ੍ਰਗਟਾਵਾ ਹੈ। ਬੇਨਤੀ ਹੈ, ਕਈ ਵਾਰੀ ਅਸੀਂ ਦਿਖਾਵਾ ਬਹੁਤ ਕਰਦੇ ਹਾਂ। ਮੈਨੂੰ ਇੱਕ ਘਟਨਾ ਯਾਦ ਆ ਗਈ, ਮੈਂ ਜ਼ਰੂਰ ਉਹਦਾ ਜ਼ਿਕਰ ਕਰਨਾ ਚਾਹਾਂਗਾ। ਕੁਝ 20 ਸਾਲ 25 ਸਾਲ ਪੁਰਾਣੀ ਗੱਲ ਹੋਏਗੀ। ਇਸ ਡਿਫੈਂਸ ਕਲੋਨੀ ਜਲੰਧਰ ਦਾ ਇੱਕ ਸ਼ਹਿਰ ਹੈ, ਮਹੱਲਾ ਹੈ, ਉੱਥੇ ਕਿਸੇ ਦੇ ਘਰ ਵਿੱਚ ਸਮਾਗਮ ਚੱਲ ਰਿਹਾ ਸੀ। ਸਮਾਗਮ ਚੱਲ ਰਿਹਾ ਸੀ ਤੇ ਮੈਂ ਗੁਰਦੁਆਰਾ ਸਾਹਿਬ ਰੋਜ਼ ਸ਼ਬਦ ਵਿਚਾਰ ਕਰਨ ਦੀ ਸੇਵਾ ਕਰਦਾ ਸੀ। ਉਹਨਾਂ ਨੇ ਸਾਨੂੰ ਵੀ ਸੁਨੇਹਾ ਭੇਜਿਆ ਵੀ ਤੁਸੀਂ ਵੀ ਸ਼ਾਮਲ ਹੋ। ਮੈਂ ਜਦੋਂ ਉਸ ਘਰ ਵਿੱਚ ਗਿਆ ਤੇ ਉੱਥੇ ਇੱਕ ਸੱਜਣ ਸਨ, ਤਾਬਿਆ ਬੈਠੇ ਗੁਰੂ ਗ੍ਰੰਥ ਸਾਹਿਬ ਜੀ ਦੀ, ਉਹਨਾਂ ਨੂੰ ਵਿਰਾਗੀ ਜੀ ਕਹਿੰਦੇ ਸਨ ਵੀ ਇਹ ਵਿਰਾਗੀ ਜੀ ਹਨ। ਵਿਰਾਗੀ ਜੀ ਸ਼ਬਦ ਵਿਚਾਰ ਕਰਨਗੇ। ਵਿਰਾਗੀ ਜੀ ਨੇ ਸ਼ਬਦ ਵਿਚਾਰ ਸ਼ੁਰੂ ਕੀਤੀ ਤੇ ਸ਼ਬਦ ਵਿਚਾਰ ਗੁਰੂ ਸਾਹਿਬ ਤੋਂ ਰੁਮਾਲਾ ਲਾ ਕੇ ਜਿਸ ਤਰ੍ਹਾਂ ਰੱਖ ਦਿੱਤਾ ਤੇ ਅਜੇ 10 ਮਿੰਟ ਦੀ ਗੱਲ ਹੋਏਗੀ ਤੇ ਅੱਖਾਂ ਵਿੱਚੋਂ ਪਾਣੀ ਸੁੱਟਣ ਲੱਗ ਪਏ ਵੀ ਜੀ ਵਿਰਾਗ ਆ ਗਿਆ, ਸਾਨੂੰ ਵਿਰਾਗ ਆ ਗਿਆ। ਹੁਣ ਵਿਰਾਗ ਆ ਗਿਆ, ਨਾ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਰਿਹਾ, ਬਸ ਅੱਗੇ ਮੇਥੋਂ ਕਥਾ ਹੁੰਦੀ ਨਹੀਂ, ਮੇਥੋਂ ਹੁਣ ਵਿਚਾਰ ਨਹੀਂ ਹੋਣੀ, ਇਹ ਲਫ਼ਜ਼ ਕਹਿ ਕੇ ਤੇ ਉੱਤੋਂ ਰੁਮਾਲਾ ਵੀ ਨਹੀਂ ਦਿੱਤਾ, ਗੁਰੂ ਸਾਹਿਬ ਦੀ ਨਰਾਦਰੀ ਦੇ ਪਾਤਰ ਬਣ ਗਏ। ਇਹ ਵਿਰਾਗ ਜਿਹੜਾ ਹੈ ਦਿਖਾਵਾ ਹੈ। ਮਾਫ ਕਰਨਾ, ਅਵਸਥਾ ਦੀ ਇਸ ਉੱਚੀ ਅਵਸਥਾ ਇਸ ਤਰ੍ਹਾਂ ਨਹੀਂ ਬਣਦੀ, ਭੁਲੇਖਿਆਂ ਨਾਲ ਨਹੀਂ ਜਾਂਦੀ। ਇਹ ਗੁਰੂ ਸਾਹਿਬ ਜੀ, ਇਹ ਜਿਹੜਾ ਪੜ੍ਹ ਸੁਣ ਕੇ ਦਿਮਾਗੀ ਵਿਰਾਗ ਦੇ ਉਛਾਲਾਂ ਨਾਲ ਝੂਮਣਾ ਜਾਂ ਅੱਖਾਂ 'ਚੋਂ ਅਥਰੂ ਸੁੱਟਣੇ, ਅਨੋਖੀਆਂ ਹਰਕਤਾਂ ਕਰਨੀਆਂ, ਅਜਿਹੀ ਵਿਰਾਗ ਛੇਤੀ ਹੀ ਉੱਡ ਪੁੱਡ ਜਾਂਦਾ ਹੈ, ਬਸ ਛੇਤੀ ਲੱਥ ਉੱਥ ਜਾਂਦਾ। ਇਹ ਵਿਰਾਗ ਰਹਿੰਦਾ ਨਹੀਂ ਹੈ। ਗੁਰੂ ਪਾਤਸ਼ਾਹ ਜੀ ਨੇ ਐਸੇ ਵਿਰਾਗ ਨੂੰ ਪ੍ਰਵਾਨ ਨਹੀਂ ਕੀਤਾ। ਜੇ ਅਸੀਂ ਐਸੇ ਵਿਰਾਗ ਦੀ ਗੱਲ ਕਰਦੇ ਹਾਂ, ਫਿਰ ਮਾਨਸਿਕ ਭੁਲੇਖਿਆਂ ਦੀ ਤਰ੍ਹਾਂ ਧਾਰਮਿਕ ਤੇ ਆਤਮਿਕ ਭੁਲੇਖਿਆਂ ਦੀ ਵੀ ਫਿਰ ਸਾਡੇ ਅੰਦਰ ਲਾਈਨ ਲੱਗੀ ਰਹਿੰਦੀ ਹੈ। ਅਸੀਂ ਆਪਣੇ ਆਪ ਨੂੰ ਭਲਾ 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 ਕਹਿੰਦੇ ਹਾਂ ਤੇ ਦੂਜਿਆਂ ਨੂੰ ਅਸੀਂ ਮਾੜਾ 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 ਕਰਦੇ ਨੇ। ਉਹਨੂੰ ਕੀ ਪਤਾ ਧਰਮ ਕੀ ਹੁੰਦਾ ਹੈ? ਮੈਨੂੰ ਵੀ ਪਤਾ ਹੈ, ਮੈਂ ਜਾਣਦਾ ਹਾਂ ਉਹ ਧਰਮ ਕਿਵੇਂ ਕਮਾਇਆ ਜਾਂਦਾ ਹੈ, ਧਰਮੀ ਕਿਵੇਂ ਬਣੀਦਾ ਹੈ। ਇਹ ਸਾਡੀ ਨਾਲੋਂ ਨਾਲ ਅਵਸਥਾ ਜਿਹੜੀਆਂ ਤੁਰੀਆਂ ਜਾਂਦੀਆਂ ਹਨ। ਮਨੋਕਲਪਤ ਮਾਨਸਿਕ ਚਮਤਕਾਰ ਰਿੱਧੀਆਂ ਸਿੱਧੀਆਂ ਨੂੰ ਹੀ ਆਤਮਿਕ ਪ੍ਰਾਪਤੀ ਸਮਝ ਕੇ ਕਈ ਆਕੜੇ ਫਿਰਦੇ ਹਨ। ਮਾਫ ਕਰਨਾ, ਕਈ ਇਹੋ ਹੀ ਸਮਝ ਲੈਂਦੇ ਨੇ ਵੀ ਮੇਰੀ ਤਾਂ ਜ਼ੁਬਾਨ ਤੋਂ ਬੋਲਿਆ ਹੋਇਆ ਬੋਲ ਸੱਚਾ ਹੋ ਗਿਆ। ਕਈ ਇਹੋ ਹੀ ਕਹਿੰਦੇ ਨੇ ਉਹਦਾ ਬੋਲ ਫਲਾਣੇ ਕੋਲੋਂ ਸੁਣਨਾ, ਉਹਦੀ ਗੱਲ ਪੂਰੀ ਹੋ ਜਾਂਦੀ ਹੈ।
ਇਹ ਮਨੋਕਲਪਤ ਚਮਤਕਾਰਾਂ ਦੀਆਂ ਰਿਧੀਆਂ ਸਿੱਧੀਆਂ ਨੂੰ ਆਤਮਿਕ ਪ੍ਰਾਪਤੀਆਂ ਸਮਝ ਲੈਣੀਆਂ ਇਹ ਵੱਡੀ ਵੱਡੀ ਭੁੱਲ ਹੈ। ਇਹ ਹੁਕਮ ਦੀ ਉਲੰਘਣਾ ਹੈ। ਸਾਡੀ ਆਤਮਿਕ ਅਵਸਥਾ ਵਿੱਚ ਇਹ ਰੁਕਾਵਟ ਖੜੀ ਕਰਦੀ ਹੈ। ਇਹ ਸਾਡੀਆਂ ਆਤਮਿਕ ਅਵਸਥਾ ਵਿੱਚ ਰੁਕਾਵਟਾਂ ਖੜੀਆਂ ਹੁੰਦੀਆਂ ਹਨ। ਜਦੋਂ ਅਖੌਤੀ ਫੋਕੀਆਂ ਧਾਰਮਿਕ ਪ੍ਰਾਪਤੀਆਂ ਵਿੱਚ ਅਸੀਂ ਇੰਨੇ ਆਫਰ ਜਾਂਦੇ ਹਾਂ, ਆਪਣੇ ਆਪ ਨੂੰ ਬਹੁਤ ਵੱਡੇ ਕਹਿੰਦੇ ਹਾਂ, ਹੋਰਾਂ ਨੂੰ ਅਸੀਂ ਨੀਵੀਂ ਨਜ਼ਰ ਨਾਲ ਵੇਖਦੇ ਹਾਂ, ਪਰਖਦੇ ਹਾਂ, ਤਾਂ ਫਿਰ ਅਸੀਂ ਉਹਨਾਂ ਉੱਤੇ ਧਾਰਮਿਕ ਫਤਵੇ ਲਾਉਣੇ ਵੀ ਹਮੇਸ਼ਾ ਤਿਆਰ ਕਰ ਦਿੰਦੇ ਹਾਂ ਵੀ ਧਰਮ ਤਾਂ ਇਹ ਕਹਿੰਦਾ, ਧਰਮ ਤਾਂ ਆਹ ਕਹਿੰਦਾ, ਧਰਮ ਤਾਂ ਫਲਾਣੀ ਚੀਜ਼ ਕਹਿੰਦਾ। ਹਾਲਾਂਕਿ ਧਰਮ ਕਹਿੰਦਾ ਕਿਸੇ ਨੂੰ ਨੀਵਾਂ ਨਾ ਗਿਣ, ਆਪਣੇ ਆਪ ਨੂੰ ਨੀਵਾਂ ਗਿਣ। ਪਰ ਅਸੀਂ ਧਰਮ ਦਾ ਆੜ ਲੈ ਕੇ, ਧਰਮ ਦਾ ਸਹਾਇਤਾ ਲਾ ਕੇ, ਧਰਮ ਦਾ ਨਾਮ ਦੇ ਕੇ ਉਹਨਾਂ ਤੋਂ ਨਫ਼ਰਤ ਸ਼ੁਰੂ ਕਰ ਦਿੰਦੇ ਹਾਂ ਔਰ ਉਹਨਾਂ ਨੂੰ ਸਮਾਜ ਵਿੱਚ ਭੰਡਣ ਦਾ ਕੰਮ ਵੀ ਅਸੀਂ ਸ਼ੁਰੂ ਕਰ ਦਿੰਦੇ ਹਾਂ, ਜਿਹੜਾ ਕਿ ਧਾਰਮਿਕ ਦੁਨੀਆ ਵਿੱਚ ਪ੍ਰਵਾਨ ਨਹੀਂ ਮੰਨਿਆ ਜਾ ਸਕਦਾ। ਕਈ ਵਾਰੀ ਇਹ ਸਾਡਾ ਧਾਰਮਿਕ ਆਕੜ, ਧਾਰਮਿਕ ਅਫਰੇਵਾ ਇੰਨਾ ਵੱਧ ਜਾਂਦਾ ਕਿ ਇਹ ਫੁੱਟ ਕੇ ਫਿਰ ਧਾਰਮਿਕ ਜਨੂਨੀ ਸ਼ਕਲ ਧਾਰਨ ਕਰ ਲੈਂਦਾ। ਦੂਜੇ ਨੂੰ ਬੰਦਾ ਹੀ ਨਹੀਂ ਸਮਝਣਾ। ਜਨੂਨੀ ਸ਼ਕਲ ਅਸੀਂ ਜਿਹਨੂੰ ਕਹਿੰਦੇ ਹਾਂ, ਜਨੂਨ ਚੜ ਜਾਂਦਾ ਕਿ ਸਾਡੇ ਤੇ ਜਨੂਨ ਹੈ, ਹੋਰ ਹੈ ਹੀ ਕੋਈ ਨਹੀਂ, ਅਸੀਂ ਹਾਂ, ਬਸ ਕੇਵਲ ਅਸੀਂ ਹਾਂ। ਧਾਰਮਿਕ ਜਨੂਨ ਦਾ ਫਿਰ ਜਦੋਂ ਜਵਾਲਾਮੁਖੀ ਫੁੱਟਦਾ ਨਾ, ਇਸ ਦਾ ਵਿਸ਼ਾਲ ਫਿਰ ਤਬਾਹੀ ਦਾ ਤੇ ਜ਼ੁਲਮ ਦਾ ਕਾਰਨ ਬਣ ਜਾਂਦਾ ਹੈ। ਇਹੋ ਹੀ ਸੀ, ਇਹ ਧਾਰਮਿਕ ਜਨੂਨ ਸੀ ਜੋ ਜਹਾਂਗੀਰ ਦੇ ਅੰਦਰ ਵਾਪਰਿਆ। ਇਹ ਧਾਰਮਿਕ ਜਨੂਨ ਸੀ ਜੋ ਔਰੰਗਜ਼ੇਬ ਦੇ ਅੰਦਰ ਵਾਪਰਿਆ। ਇਹ ਧਾਰਮਿਕ ਜਨੂਨ ਸੀ ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ। ਧਾਰਮਿਕ ਜਨੂਨ ਸੀ ਉਸ ਵੇਲੇ ਜ਼ਕਰੀਆ ਖਾਂ ਦਾ, ਇਹ ਵੀ ਮੈਂ ਹੋਰ ਕਿਸੇ ਨੂੰ ਰਹਿਣ ਨਹੀਂ ਦੇਣਾ, ਕੇਵਲ ਤਾਂ ਕੇਵਲ ਜੋ ਇਸਲਾਮ ਨੂੰ ਮੰਨੇਗਾ ਉਹੀ ਰਹੇਗਾ। ਇਹ ਧਾਰਮਿਕ ਜਨੂਨ ਹੀ ਸੀ ਜਿਸ ਨੇ 1984 ਦੇ ਵਿੱਚ ਦਰਬਾਰ ਸਾਹਿਬ ਤੇ ਹਮਲੇ ਕਰ ਦਿੱਤੇ। ਧਾਰਮਿਕ ਜਨੂਨ ਸੀ ਉਹਨਾਂ ਦਾ, ਜਿਨ੍ਹਾਂ ਨੇ ਇਹ ਦੂਸਰੇ, ਉਹਨਾਂ ਦੇ ਪਿੱਛੇ ਧਾਰਮਿਕ ਜਨੂਨ ਹੀ ਛੁਪਿਆ ਹੋਇਆ ਸੀ, ਜਿਨ੍ਹਾਂ ਨੇ ਦਿੱਲੀ ਦੇ ਵਿੱਚ ਲਗਾਤਾਰ 8-10 ਹਜ਼ਾਰ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਖਿਆਲ ਕਰਨਾ ਇਹ ਕੀ ਸੀ? ਇਹ ਧਾਰਮਿਕ ਜਨੂਨ ਸੀ ਉਹਨਾਂ ਦੇ ਵਿੱਚ, ਜਿਹੜੇ ਜ਼ੁਲਮ ਦੇ ਕਾਰਨ ਬਣਦੇ ਹਨ। ਧਾਰਮਿਕ ਪਾਠ ਪੂਜਾ, ਕਰਮ ਕਿਰਿਆ, ਅਖੌਤੀ ਪ੍ਰਾਪਤੀਆਂ ਨੂੰ ਅਸੀਂ ਆਤਮਿਕ ਸਿਖਰ ਜਾਂ ਮੰਜ਼ਿਲ ਸਮਝ ਲੈਂਦੇ ਹਾਂ, ਪਰ ਗੁਰਬਾਣੀ ਨੇ ਸਾਨੂੰ ਕਿਹਾ ਹੈ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਿਓ ਗੁਮ ਸਾਧੇ, ਪੰਜ ਜਨਾ ਸੋ ਸੰਗ ਨ ਛੁਟਕਿਓ, ਅਦਕ ਅਹੰਗ ਬੁੱਧ ਬਾਂਧੇ ਪਿਆਰੇ, ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੈ ਦੁਆਰੇ, ਦੀਜੇ ਬੁੱਧ ਵਿਵੇਕਾਂ। ਗੁਰੂ ਸਾਨੂੰ ਜੀ ਇਹ ਗੱਲ ਕਹਿੰਦੇ ਨੇ। ਤਾਂ ਇੱਥੋਂ ਸਾਨੂੰ ਸਪਸ਼ਟ ਗੱਲ ਸਮਝ ਹੋ ਜਾਂਦੀ ਹੈ ਕਿ ਧਾਰਮਿਕ ਕਰਮ ਕਿਰਿਆ, ਬੇਰਾਗ, ਕ੍ਰਿਸ਼ਮੇ, ਨਜ਼ਾਰੇ, ਰਿੱਧੀਆਂ ਸਿੱਧੀਆਂ, ਹੋਰ ਜੋਗੀਆਂ ਵਾਲੀਆਂ ਪ੍ਰਾਪਤੀਆਂ, ਇਹ ਹਉਮੈ ਦੇ ਦਾਇਰੇ ਵਿੱਚ ਹੀ ਸਾਰਾ ਕੁਝ ਆਉਂਦਾ ਹੈ। ਇਹ ਹਉਮੈ ਦੇ ਵਿੱਚ ਹੀ ਹੈ। ਇਹਨਾਂ ਨਾਲ ਹਉ ਧਾਰੀ, ਹਉ ਨਾਲ ਜਕੜਿਆ ਹੋਇਆ ਮਨ ਮਰਜ਼ੀ ਆਪਣੇ ਭਾਣੇ ਦੀ ਗੱਲ ਤਾਂ ਕਰੇਗਾ, ਉੱਥੇ ਗੁਰੂ ਦੇ ਭਾਣੇ ਦੀ ਗੱਲ ਨਹੀਂ ਚੱਲੇਗੀ। ਉੱਥੇ ਗੁਰੂ ਦਾ ਭਾਣਾ ਨਹੀਂ ਮੰਨੇਗਾ, ਗੁਰੂ ਦਾ ਹੁਕਮ ਨਹੀਂ ਮੰਨੇਗਾ। ਕਿਉਂ? ਸਤਿਗੁਰੂ ਕਹਿੰਦੇ ਮਨ ਮੇਰੇ ਕੀ ਉਹਦੇ ਭਾਣੇ ਵਿੱਚ ਚੱਲ। ਕਿਹਦੇ ਭਾਣੇ ਵਿੱਚ? ਸਤਿਗੁਰੂ ਦੇ ਭਾਣੇ ਵਿੱਚ ਚੱਲ। ਜੇ ਤੂੰ ਆਪਣੇ ਭਾਣੇ ਵਿੱਚ ਚੱਲੇਗਾ, ਫਿਰ ਜੀਵਨ ਵਿੱਚ ਵਿਛੜ ਕੇ ਚੋਟਾਂ ਖਾਂਦੇ ਰਹੇ। ਤੇ ਫਿਰ ਗੁਰੂ ਪਾਤਸ਼ਾਹ ਨੇ ਇਹ ਵੀ ਗੱਲ ਕਹੀ, ਹੋਂ ਵਿੱਚ ਸਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ। ਉਹ ਸਾਰਾ ਕਰਮ ਜਿਹੜਾ ਹੈ ਉਹ ਹਉਮੈ ਨਾਲ ਹੀ ਭਰਿਆ ਹੈ। ਸਤਿਗੁਰੂ ਜੀ ਸ਼੍ਰੀ ਰਾਗ ਵਿੱਚ ਇੱਕ ਬਚਨ ਕਹਿੰਦੇ ਨੇ ਜਗ ਹਉਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਭਾਏ, ਮਲ ਹਉਮੈ ਧੋਤੀ ਕਿਵੇਂ ਨਾ ਉਤਰੇ, ਜੇ ਸੋ ਤੀਰਥ ਨਹਾਏ, ਬਹੁ ਬਿਧ ਕਰਮ ਕਮਾਵਦੇ, ਦੂਣੀ ਮਲ ਲਾਗੀ ਆਏ, ਪੜ੍ਹਿਆ ਮੈਲ ਨਾ ਉਤਰੇ, ਪੁੱਛੋ ਗਿਆਨੀਆਂ ਜਾਏ। ਪੜ੍ਹੇ ਹੋਇਆ ਕੇਵਲ ਗਿਆਨ ਹਾਸਲ ਕਰਨ ਦੇ ਨਾਲ, ਬਾਹਰਮੁਖੀ ਗਿਆਨ ਦੇ ਨਾਲ ਅੰਦਰ ਦੀ ਮੈਲ ਨਹੀਂ ਉਤਰਦੀ। ਇੱਥੇ ਇੱਕ ਗੱਲ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ, ਗਿਆਨ ਹੋਣਾ ਜ਼ਰੂਰੀ ਹੈ, ਪਰ ਕੇਵਲ ਗਿਆਨ ਸਾਨੂੰ ਪਰਮਾਤਮਾ ਦੇ ਦਰ ਤੇ ਨਹੀਂ ਪਹੁੰਚਾ ਸਕਦਾ। ਗਿਆਨ ਨੂੰ ਅਮਲੀ ਜਾਮਾ ਦੇਣਾ, ਅਮਲੀ ਰੂਪ ਦੇਣਾ, ਅਮਲੀ ਸ਼ਕਲ ਦੇਣਾ ਵੀ ਜ਼ਰੂਰੀ ਚੀਜ਼ ਹੈ। ਔਰ ਇੱਕ ਗੱਲ ਸਮਝੀਏ ਵੀ ਇੱਕ ਪਾਸੇ ਆਤਮਿਕ ਮੰਡਲ ਹੈ, ਇੱਕ ਪਾਸੇ ਮਾਇਕ ਮੰਡਲ ਹੈ। ਇਹਨਾਂ ਦਾ ਇੱਕ ਪਾਸੇ ਹੁਕਮ ਹੈ, ਦੋਨਾਂ ਵਿੱਚ ਕੀ ਫਰਕ ਹੈ? ਥੋੜਾ ਜਿਹਾ ਆਪਾਂ ਇਹਦੇ ਬਾਰੇ ਨਾਲ ਵਿਚਾਰ ਕਰ ਚੱਲੀਏ। ਜਿਹੜਾ ਤ੍ਰੈਗੁਣੀ ਮਾਇਆ ਦਾ ਮੰਡਲ ਹੈ ਸੰਸਾਰ, ਇਹਦੇ ਵਿੱਚ ਹਉਮੈ ਦਾ ਪ੍ਰਗਟਾਵਾ ਹੈ। ਪਰ ਜੇ ਅਸੀਂ ਹੁਕਮੀ ਬੰਦੇ ਬਣਨਾ, ਉੱਥੇ ਆਤਮਾ ਦਾ ਪਸਾਰਾ ਹੈ, ਆਪਣੇ ਮਨ ਮਰਜ਼ੀ ਹੈ। ਦੂਜੇ ਪਾਸੇ ਇਲਾਹੀ ਹੁਕਮ ਹੈ। ਤੀਜੇ ਪਾਸੇ ਇਧਰਲੇ ਪਾਸੇ ਮੈਂ ਮੇਰੀ ਹੈ, ਉਧਰ ਤੂੰ ਤੇਰੀ ਹੈ।
ਦੋਨੇ ਗੱਲਾਂ ਨੂੰ ਆਪਾਂ ਆਪਸ 'ਚ ਟਾਕਰਾ ਕਰਦੇ ਹਾਂ ਵੀ ਇਹ ਦੇਖੀਏ ਅਸੀਂ ਕਿੱਥੇ ਖੜੇ ਹਾਂ। ਇੱਧਰ ਮੈਂ ਮੇਰੀ ਹੈ, ਉਧਰ ਤੂੰ ਤੇਰੀ ਹੈ। ਇੱਧਰ ਭਰਮ ਦਾ ਇੱਕ ਹਨੇਰਾ ਹੈ, ਉਧਰ ਆਤਮਿਕ ਪ੍ਰਕਾਸ਼ ਹੈ। ਇੱਧਰ ਕੂੜ ਦਾ ਬੋਲਬਾਲਾ ਹੈ, ਉਧਰ ਸੱਚ ਦਾ ਵਰਤਾਰਾ ਹੈ। ਇੱਥੇ ਦੁੱਖ ਕਲੇਸ਼ ਹੈ, ਉੱਥੇ ਸਦਾ ਖੇਮ ਕੁਸ਼ਲ ਆਨੰਦ ਹੈ। ਇੱਥੇ ਕਰਮਾਂ ਵਿੱਚ ਬੰਧਿਆ ਹੋਇਆ ਹੈ, ਉੱਥੇ ਕਰਮਾਂ ਦੇ ਬੰਧਨਾਂ ਤੋਂ ਆਜ਼ਾਦ ਹੈ। ਮਾਰਗ ਦੋਨਾਂ ਦਾ ਫਰਕ ਦੇਖੋ ਕਿੰਨਾ ਹੈ। ਇੱਥੇ ਮੌਤ ਦੀ ਡਰ ਹੈ, ਮੌਤ ਦੀ ਫਾਹੀ ਹੈ, ਉੱਥੇ ਮੌਤ ਨੂੰ ਮਖੌਲ ਹੈ। ਤੇਰੇ ਸੇਵਕੋ ਭਉ ਨਹੀਂ ਲਾਗੇ, ਜੰਮ ਨਹੀਂ ਆਵੇ ਨੇੜੇ ਦੀ ਅਵਸਥਾ ਹੈ। ਮੌਤ ਦਾ ਭੈ ਹੀ ਨੇੜੇ ਨਹੀਂ ਆਉਂਦਾ। ਇੱਕ ਇੱਧਰ ਆਵਾਗਮਨ ਹੈ, ਉਧਰ ਬੌਣ ਨਾ ਮਰਨਾ ਹੈ। ਇੱਕ ਪਾਸੇ ਆਵਾਗਮਨ ਹੈ, ਇੱਕ ਪਾਸੇ ਬੌਣ ਨਾ ਮਰਨਾ ਹੈ। ਇੱਧਰ ਚਿੰਤਾ ਚਿਖਾ ਵਰਗੀ ਹੈ, ਉਧਰ ਆਤਮਿਕ ਠੰਡ ਹੈ, ਆਤਮਾ ਸੀਤਲ ਹੈ। ਕਿਹੜਾ? ਜਿਹੜਾ ਹੁਕਮੀ ਬੰਦਾ ਹੈ। ਇੱਕ ਪਾਸੇ ਭਟਕਣਾ ਹੈ, ਦੂਜੇ ਪਾਸੇ ਸ਼ਾਂਤੀ ਹੈ। ਇੱਕ ਪਾਸੇ ਤ੍ਰਿਸ਼ਨਾ ਹੈ, ਦੂਜੇ ਪਾਸੇ ਤ੍ਰਿਪਤ ਅਗਾਏ ਹੈ, ਰਜਿਆ ਹੋਇਆ ਹੈ। ਦੋਨਾਂ ਆਤਮਕ ਮੰਡਲਾਂ ਦਾ ਫਰਕ ਕਿੰਨਾ ਫਰਕ ਹੈ। ਇੱਕ ਪਾਪ ਹੈ, ਇੱਕ ਪਾਸੇ ਪੁੰਨ ਹੈ। ਇੱਕ ਸਿਆਣਪ ਤੇ ਆਪਣੀ ਸਿਆਣਪ ਦੀ ਟੀਕ ਰੱਖਦਾ ਹੈ, ਦੂਜੇ ਪਾਸੇ ਪ੍ਰਭ ਡੋਰੀ ਹੱਥ ਤੁਮਾਰੇ ਦੀ ਟੀਕ ਹੈ। ਉੱਥੇ ਪ੍ਰਭ ਡੋਰੀ ਹੱਥ ਤੁਮਾਰੇ ਦੀ ਗੱਲਾਂ ਹੁੰਦੀਆਂ ਨੇ। ਇੱਕ ਡਰ ਵਿੱਚ ਰਹਿੰਦਾ ਹੈ, ਦੂਜਾ ਨਿਰਭੈ ਹੈ। ਇਹ 6-7-9 ਸਾਲ ਦੇ ਬੱਚਿਆਂ ਨੇ ਵੀ ਇਹ ਗੱਲ ਦੱਸ ਦਿੱਤੀ ਸੀ ਕਿ ਨਿਰਭਉ ਸੰਗ ਤੁਮਾਰੇ ਬਸਤਾ, ਇਹ ਡਰਨ ਕਹਾਂ ਤੇ ਆਇਆ। ਮੌਤ ਦਾ ਡਰ ਦੇ ਕੇ ਡਰਾਇਆ, ਉਹਨਾਂ ਨੂੰ ਛਲਾਵੇ ਦੇ ਕੇ ਡਰਾਇਆ, ਮਾਰਨ ਦਾ ਡਰ ਦਿੱਤਾ। ਜਵਾਬ ਬੜੇ ਖੂਬਸੂਰਤ ਸੀ। ਉਹ ਇਹ ਕੌਣ ਸਾਨੂੰ ਮਾਰ ਸਕਦਾ ਹੈ? ਸਾਨੂੰ ਮੌਤ ਨਹੀਂ ਆਉਂਦੀ, ਅਸੀਂ ਮੌਤ ਤੋਂ ਡਰਦੇ ਨਹੀਂ, ਅਸੀਂ ਤਾਂ ਮੌਤ ਨੂੰ ਘੋਲ ਕੇ ਪੀ ਲਿਆ ਹੈ। ਕੀ ਸਿਧਾਉਣਾ ਚਾਹੁੰਦਾ ਸਾਨੂੰ? ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਸਾਨੂੰ ਗੁਰੂ ਨੇ ਇਹ ਉਪਦੇਸ਼ ਬਖਸ਼ਿਆ ਹੈ। ਸਾਡੇ ਬਾਪ ਨੇ ਸਾਡੀ ਪਾਲਣਾ, ਸਾਡੀ ਦਾਦੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਤੂੰ ਇਸ ਦੁਨੀਆ ਦੇ ਲਾਲਚ ਦੇ ਕੇ ਸਾਡੀ ਜ਼ਮੀਰ ਖਰੀਦਣਾ ਚਾਹੁੰਦਾ? ਭਲਿਆ, ਜ਼ਮੀਰ ਨਹੀਂ ਵਿਕਦੀ। ਦੁਨੀਆ ਦੇ ਲਾਲਚ ਡਰਾਵੇ ਖਤਮ ਹੋ ਜਾਣਗੇ, ਇਹ ਜ਼ਮੀਰ ਨਹੀਂ ਵਿਕਣੀ। ਇਹ 7-9 ਸਾਲ ਦੇ ਬੱਚੇ ਵੀ ਇਹ ਗੱਲ ਕਹਿੰਦੇ ਨੇ, ਨਿਰਭੈ ਨਿਰਭੈ ਨਿਰਭੈ, ਸਾਨੂੰ ਕੋਈ ਡਰ ਨਹੀਂ, ਸਾਨੂੰ ਕੋਈ ਡਰ ਨਹੀਂ। ਸਿੱਧੀ ਗੱਲ ਕਹਿੰਦੇ, ਧਰਮ ਨਾ ਤਜੇ ਹੈ ਤੁਰਕ न ਬਣੇ ਹੈ, ਸੀਸ ਨਿਜ ਦੇ ਹੈ ਜੈਸੇ ਬੜੋਂ ਨੇ ਦੀਏ ਹੈ। ਦੇਖੋ ਕਿਆ ਕਮਾਲ ਦੇ ਬੋਲ ਹਨ ਉਹਨਾਂ ਦੇ। ਇਹ ਦੁਨੀਆ ਦਾ ਮੰਡਲ ਨਾਸ਼ਵਾਨ ਹੈ, ਉਹ ਮੰਡਲ ਅਬਨਾਸ਼ੀ ਹੈ। ਉਹਨੂੰ ਅਬਨਾਸ਼ੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ ਨਹੀਂ ਮਿਲਦਾ ਹੈ। ਇੱਥੇ ਈਰਖਾ ਦਵੈਖ ਹੈ, ਉੱਥੇ ਸਗਲ ਸਿਉ ਬਣਾਈ ਹੈ। ਉੱਥੇ ਵਾਹਿਗੁਰੂ ਸਗਲ ਸਿਉ ਬਣਾਈ ਦੀ ਗੱਲਾਂ ਹਨ। ਇੱਥੇ ਨਫ਼ਰਤ ਹੈ, ਉੱਥੇ ਪਿਆਰ ਹੈ। ਇੱਥੇ ਅਗਨ ਸ਼ੋਕ ਸਾਗਰ ਹੈ, ਉਹ ਅੰਮ੍ਰਿਤ ਦਾ ਸੁਖ ਸਾਗਰ ਹੈ। ਇਹ ਅਗਨ ਸ਼ੋਕ ਸਾਗਰ ਹੈ ਨਾ, ਮਿਥਨ ਮੋਹ अगन शोक सागर कर कृपा उधर हर नागर। गुरु पातशाह जी यहाँ पे गल की है। ये मिथन मोह अगन शोक सागर है, पर वो अमृत सुख सागर है। वो घर अमृत सुख सागर का है। वो काम ये संसार कामना नाल भरिया होया है। वो मार्ग निष्कामता का मार्ग है। ये कल तांती है, वो ठंडा हरनाव है। कल तांती ठंडा हरनाव, ये कला कलेश का मार्ग है। वो मार्ग आत्मक हुलारियां का मार्ग है, ठंड है। सूरज विच धुप का प्रकाश हुंदा है। ये धुप सारी सृष्टि नूं रोशनी, निग, जीवन, शक्ति, अनेकां दातां प्रदान करती है। धुप के प्रकाश विच विकास के किरणां द्वारा जीवन रौह की रवानगी सृष्टि के जरे जरे विच प्रवेश हुंदी है। निग, शक्ति आदि दातां बख्शिश करती है। जीवां की पालना पोषणा साफ संभाल, ये सारा कुछ उहदे विच समाया होया। किसी ना कोई वितकरा नहीं, किसी ना कोई नफरत नहीं। ख्याल करना, अनलिखे, अभुल, गुप्त, सदीवी, इकसार कुदरती निज़म नूं, कानूनां दी सहज चलदी रवानगी जां हरकत नूं ही तुप रूप हुक्म किया जाता है। फिर दोबारा गल करा, हुक्म की है? अनलिखे, अभुल, गुप्त, सदीवी, इकसार कुदरती निज़म, कानूनां दी सहज चलदी रवानगी नूं ही दी रवानगी जां हरकत नूं ही तुप रूप हुक्म मन्निया जाता है, हुक्म किया जाता है।
ਇਸ ਤਰ੍ਹਾਂ ਅਕਾਲ ਪੁਰਖ ਦੇ ਇਹ ਹੁਕਮ ਤਾਂ ਉਹਦੇ ਕਵਾਓ ਦਾ ਇੱਕ ਸਾਡਾ ਪ੍ਰਤੱਖ ਪ੍ਰਗਟਾਓ ਹੈ, ਪ੍ਰਗਟਾਵੇ ਦਾ ਪ੍ਰਕਾਸ਼ ਹੈ, ਉਸਦੇ ਪ੍ਰਕਾਸ਼ ਦਾ ਵਿਕਾਸ ਹੈ, ਵਿਕਾਸ ਦਾ ਫੈਲਾਓ ਹੈ, ਫੈਲਾਓ ਦੀ ਰਵਾਨਗੀ ਹੈ, ਰਵਾਨਗੀ ਦਾ ਵੇਗ ਹੈ, ਵੇਗ ਦੀ ਸਹਿਜ ਚਾਲ ਹੈ, ਸਹਿਜ ਚਾਲ ਦੇ ਨਿਯਮ ਹਨ ਤੇ ਨਿਯਮਾਂ ਦੀ ਹਰਕਤ ਹੈ। ਇਹਨੂੰ ਹੀ ਇਲਾਹੀ ਹੁਕਮ ਕਿਹਾ ਜਾਂਦਾ ਹੈ। ਇਹੋ ਹੀ ਇਲਾਹੀ ਹੁਕਮ ਹੈ, ਉਹਦੇ ਕਵਾਓ ਦਾ ਪ੍ਰਗਟਾਵਾ ਕੀਤਾ ਵਸਾਓ, ਇੱਕੋ ਕਵਾਓ, ਇੱਕ ਹੁਕਮ ਦਾ ਪ੍ਰਗਟਾਵਾ, ਉਹਦਾ ਪ੍ਰਕਾਸ਼ ਹੈ, ਉਹਦਾ ਵਿਕਾਸ ਹੈ, ਉਹਦਾ ਫੈਲਾਓ ਹੈ, ਉਹਦੀ ਰਵਾਨਗੀ ਹੈ, ਉਹ ਰਵਾਨਗੀ ਦਾ ਵੇਗ ਹੈ, ਉਹਦੀ ਸਹਿਜ ਚਾਲ ਹੈ ਤੇ ਇਹ ਨਿਯਮਾਂ ਦੀ ਹਰਕਤ ਜਿਹੜੀ ਹੈ ਇਹ ਮੇਰੇ ਪਿਆਰੇ ਦਾ ਇਲਾਹੀ ਹੁਕਮ ਹੈ। ਇਲਾਹੀ ਹੁਕਮ ਦੀ ਸਹਿਜ ਚਾਲ, ਰਵਾਨਗੀ, ਰੋੜ ਦੇ ਲਹਿਰਾਂ ਵਿੱਚ ਸਾਡੀ ਨਿੱਕੀ ਜਿਹੀ ਮਨ ਮਰਜ਼ੀ ਨੂੰ ਰਲਾਉਣਾ, ਰੋੜਨਾ ਤੇ ਸੁਰ ਕਰਨਾ ਹੀ ਹੁਕਮ ਦੇ ਭਾਣੇ ਨੂੰ ਮੰਨਣਾ ਹੈ। ਇਲਾਹੀ ਹੁਕਮ ਦੀ ਜੋ ਸਹਿਜ ਚਾਲ ਵਿਚਰ ਰਹੀ ਹੈ, ਉਹਦੀ ਰਵਾਨਗੀ ਦੇ ਵਿੱਚ, ਉਹਦੀਆਂ ਲਹਿਰਾਂ ਦੇ ਵਿੱਚ ਆਪਣੀ ਨਿੱਕੀ ਜਿਹੀ ਇਸ ਮਨ ਮਰਜ਼ੀ ਨੂੰ ਸਮਾ ਦੇਣਾ ਹੀ, ਬਸ ਆਪਣੀ ਇਸ ਨਿੱਕੀ ਜਿਹੀ ਸੋਚ ਨੂੰ ਖਤਮ ਕਰਕੇ ਉਹਦੀ ਇਲਾਹੀ ਦੀ ਵੱਡੀ ਸੋਚ ਵਿੱਚ ਬੁਲਾ ਦੇਣਾ, ਇਹੋ ਹੀ ਇੱਕ ਹੁਕਮ ਦਾ ਭਾਣੇ ਨੂੰ ਮੰਨਣਾ ਹੈ। ਹਾਂਜੀ, ਇਲਾਹੀ ਹੁਕਮ ਸਾਡੇ ਲਈ ਸਦਾ ਅੰਗ ਸੰਗ ਹੋ ਕੇ, ਅੰਗ ਸੰਗ ਮੌਲਾ ਹੋ ਕੇ, ਅੰਗ ਸਹੀ ਸੁਖਦਾਈ ਹੋ ਕੇ, ਬਖਸ਼ਿਸ਼ ਰੂਪ ਹੋ ਕੇ, ਪ੍ਰੇਮ ਰੂਪ ਹੋ ਕੇ, ਪਰਮ ਪਿਆਲਾ ਬਣ ਕੇ, ਪਰਮ ਪਿਆਲਾ ਬਣ ਕੇ, ਨਾਮ ਦਾ ਮਸਤੀ ਬਣ ਕੇ, ਰਸ ਰੂਪ ਹੋ ਕੇ, ਆਪੇ ਰਸੀਆ ਹੋ ਕੇ, ਰਾਵਣ ਵਾਰਾ ਬਣ ਕੇ, ਰਾਵਣ ਹਾਰਾ ਬਣ ਕੇ, ਅਤ ਪ੍ਰੀਤਮ ਬਣ ਕੇ, ਸ਼ਬਦ ਰੂਪ ਹੋ ਕੇ, ਨਾਮ ਸਰੂਪ ਹੋ ਕੇ, ਉਹ ਸਾਰੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਰੱਬ ਰਿਆ ਭਰਪੂਰ ਹੈ। ਕਿਆ ਕਮਾਲ ਦਾ ਹੈ ਹੁਕਮ ਹੈ। ਪ੍ਰੇਮ ਰੂਪ ਹੋ ਕੇ, ਪਰਮ ਪਿਆਲਾ ਬਣ ਕੇ, ਨਾਮ ਦਾ ਰਸੀਆ ਬਣ ਕੇ, ਰਸ ਰੂਪ ਹੋ ਕੇ, ਆਪੇ ਰਸੀਆ ਹੋ ਕੇ, ਰਾਵਣ ਹਾਰਾ ਬਣ ਕੇ, ਪ੍ਰੀਤਮ ਬਣ ਕੇ, ਸ਼ਬਦ ਰੂਪ ਹੋ ਕੇ, ਨਾਮ ਸਰੂਪ ਹੋ ਕੇ, ਸਾਰੀ ਕਾਇਨਾਤ ਦੇ ਜ਼ਰੇ ਜ਼ਰੇ ਦੇ ਵਿੱਚ, ਸਾਰੀ ਉਹਦੀ ਕੁਦਰਤ ਦੇ ਜ਼ਰੇ ਜ਼ਰੇ ਵਿੱਚ ਹੀ ਰੱਬ ਰਿਹਾ ਭਰਪੂਰ ਹੈ। ਉਹ ਮੇਰੇ ਪਿਆਰੇ ਦਾ ਹੁਕਮ ਮੰਨਣ ਦੀ ਉੱਚੀ ਸੂਚਮ ਸੁਸਤੀ ਅਵਸਥਾ ਨੂੰ ਗੁਰਬਾਣੀ ਦੇ ਵਿੱਚ ਜਦੋਂ ਬਿਆਨ ਕੀਤਾ ਗਿਆ ਤਾਂ ਇਸ ਤਰ੍ਹਾਂ ਹੈ, ਸੋਈ ਕਰਾਏ ਜੋ ਤੁਧ ਭਾਵੇ, ਮੋਹੇ ਸਿਆਣਪ ਕਛੂ ਨਾ ਆਵੇ। ਫਿਰ ਬੰਦਾ ਇਹੋ ਹੀ ਬੋਲਦਾ ਹੈ, ਹਮ ਬਾਰਕ ਤੋ ਸ਼ਰਨਾਈ, ਪ੍ਰਭ ਆਪੇ ਪੈਜ ਰਖਾਈ। ਮੇਰਾ ਮਾਤ ਪਿਤਾ ਹਰ ਰਾਇਆ, ਕਰ ਕਿਰਪਾ ਪ੍ਰਤ ਪਾਲਨ ਲਾਗਾ, ਕਰੀ ਤੇਰਾ ਕਰਾਇਆ। ਫਿਰ ਇਹ ਬੋਲਦਾ ਹੈ, ਜੀ ਜੰਤ ਤੇਰੇ ਧਾਰੇ, ਪ੍ਰਭ ਡੋਰੀ ਹਾਥ ਤੁਮਾਰੇ, ਜੇ ਕਰਾਵੇ ਸੋ ਕਰਨਾ, ਨਾਨਕ ਦਾਸ ਤੇਰੀ ਸ਼ਰਨਾ। ਫਿਰ ਇਹ ਬੋਲਦਾ ਹੈ, ਫਿਰ ਹਉਮੈ ਦੇ ਬੋਲ ਨਹੀਂ ਬੋਲਦਾ। ਇਹਨੂੰ ਕਹਿੰਦੇ ਨੇ, ਜੇ ਹੁਕਮ ਦੀ ਬੂਝ ਹੋ ਜਾਏ ਤਾਂ ਹਉਮੈ ਕਹੇ ਨਾ ਕੋਈ, ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਈ। ਫਿਰ ਇਹੋ ਹੀ ਬੋਲਦਾ ਹੈ। ਇੱਥੇ ਕੋਈ ਹਉਮੈ ਨਹੀਂ, ਇੱਥੇ ਕੋਈ ਹੰਕਾਰ ਨਹੀਂ, ਇੱਥੇ ਪਿਆਰ ਹੈ, ਇੱਥੇ ਮੁਹੱਬਤ ਹੈ, ਇੱਥੇ ਆਨੰਦ ਹੈ, ਇੱਥੇ ਖੇੜਾ ਹੈ। ਪਰ ਇਹ ਗੱਲਾਂ ਬਾਤਾਂ ਨਾਲ, ਦਿਮਾਗੀ ਸਮਝ ਨਾਲ, ਉਕਤੀਆਂ ਜੁਗਤੀਆਂ ਨਾਲ, ਫੋਕੇ ਗਿਆਨ ਨਾਲ, ਕਰਮਕਾਂਡ ਨਾਲ, ਹੱਠ ਧਰਮ ਨਾਲ ਇਹ ਖੇਡ ਨਹੀਂ ਖੇਡੀ ਜਾ ਸਕਦੀ। ਫਿਰ ਮੈਂ ਗੱਲ ਕਰਾਂ, ਗੱਲਾਂ ਬਾਤਾਂ ਨਾਲ ਕੇਵਲ ਗੱਲੀ ਅਸੀਂ ਚੰਗੀਆਂ, ਅਚਾਰੀ ਬੁਰੀਆਂ, ਮਨੋ ਕੁਸੁੱਧੋ ਕਾਲੀਆਂ, ਬਾਹਰੋਂ ਚਟਵੀਆਂ, ਰੀਸਾਂ ਕਰੇ ਤਨੇੜੀਆਂ, ਜੇ ਸੇਵਨ ਦਰ ਖੜੀਆਂ, ਇਹ ਨਹੀਂ ਬਣ ਸਕਦੀ ਗੱਲ। ਇਹ ਗੱਲਾਂ ਬਾਤਾਂ ਨਾਲ, ਕੇਵਲ ਦਿਮਾਗੀ ਸਮਝ ਨਾਲ, ਹਾਂਜੀ ਸਾਨੂੰ ਪਤਾ ਲੱਗ ਗਿਆ ਹੁਕਮ ਕੀ ਹੁੰਦਾ, ਨਾ ਇਹ ਕਮਾਇਆ ਜਾਂਦਾ ਹੈ। ਕੇਵਲ ਦਿਮਾਗ ਦੀਆਂ ਗੱਲਾਂ ਨਹੀਂ ਦੁਹਰਾਈਆਂ ਜਾਂਦੀਆਂ। ਉਕਤੀਆਂ ਜੁਗਤੀਆਂ ਲਾ ਲਈਏ, ਸਕੀਮਾਂ ਲਾ ਲਈਏ ਕੋਈ, ਜੀ ਹੁਕਮ ਦੀਆਂ ਸਕੀਮਾਂ ਕੀ ਨੇ, ਠੋਕੇ ਗਿਆਨ ਦੇ ਨਾਲ, ਕਰਮ ਕਾਂਡਾਂ ਦੇ ਨਾਲ ਅਸੀਂ ਧਾਰਮਿਕ ਕਰਮ ਕਰ ਲਈਏ, ਚਲੋ ਜੀ ਪਾਠ ਕਰਾ ਲਓ, ਪਾਠ ਰੱਖ ਲਓ। ਨਹੀਂ, ਇਹਦੇ 'ਚ ਜਦ ਤੱਕ ਰਸ ਨਹੀਂ ਮਾਣਿਆ ਬੰਨਾ ਕੁਛ ਨਹੀਂ। ਹੱਠ ਧਰਮ ਹੈ। ਹੱਠ ਧਰਮ ਦੇ ਨਾਲ ਇਹ ਕਦੀ ਵੀ ਭੋਰਿਆਂ 'ਚ ਵੜ ਜਾਓ, ਸਰੀਰ ਨੂੰ ਕਸ਼ਟ ਦੇ ਲਓ, ਤਾ ਲਓ, ਇਹ ਹੁਕਮ ਦੀ ਖੇਡ ਨਹੀਂ ਜੇ ਖੇਡੀ ਜਾ ਸਕਦੀ। ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ, ਗਿਆਨ ਕਥੇ ਸਭ ਕੋਈ, ਕਥ ਬਾਦ ਕਰੇ ਦੁੱਖ ਹੋਈ। ਗਿਆਨ ਦੀਆਂ ਗੱਲਾਂ ਸਾਰੇ ਹੀ ਕਹਿੰਦੇ ਨੇ,
पर कत बात करे दुख हुई। ज्ञान ध्यान सब कोई रवे, बंधन बांधिया सब जग पावे। सब जग भवे की गल है, इत्थे किते नहीं भी इकल्ले ज्ञान दे नाल तुहाडा अंदर ठंडा हो गया। ना ना ना, बस ये तो यही है, जन नानक ये खेल कटन है कि किन्हू गुरमुख जाना। गुरु की शरण पै के, गुरु वाला बन के, गुरु दे नाल जुड़ के, कोई बिरलाई जिन्हों ये खेल कठन की कठन खेल की समझ आ गई है। जन नानक ये खेल कठन है। तो दूजे लफ्ज़ों च गल कर लीए, ये सियाणपां, ये उगतियां जुगतियां, एड़ तेड़, होमे, मैं मेरी, इनू मोड़ के सतगुर के हुक्म दे विच लियाउणा है। उन्होंने हुक्म मनण वाले पासे तोरना है। ये उत्ते नाम का रंग चाढ़ना है। इत्थे पिरम प्याला पीना है। प्रेम रस विच मस्ती लैनी है। उहदे प्रेम रस विच मस्ती लैनी है। फिर मस्ती विच विस्माद होना है। केवल मस्ती नहीं लैनी, विस्माद होना है। यह है बाबा मन मतवारो नाम रस पीवे, सहज रंग रच रेहा की अवस्था से पहुंचना है। ये वो अवस्था है। फिर कह लगे विस्माद होके अपने आप को भुल जाना है, आपा भुला देना है। इत्थे नानक 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 नानक, गुरु 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 गुरु, बस ये जिंदगी का यो ही निशाना है। नानक में ही होना है, गुरु में ही होना है, गुरु गुरु करना है। इत्थे अपना ज्ञान नहीं, अपना नहीं चलता, अपने भाने विचों निकलना है तो इलाही हुक्म दे विच असीं आउणा है। उदाहरण की गल करिए, रात के हनेरे के पिछों जे मध्यम जी जदों लो दिसदी है, उसनूं पोह फुटनी कहा जाता है। पोह फुटनी सूरज के चढ़न की एक निशानी है। पोहटाला लफ्ज़ पंजाबी च वरतदे ने, ये सूरज के चढ़न की निशानी है। फिर सूरज चढ़न तो बाद धुप सूरज की होंद का पता लगता है। धुप जिहड़ी है सूरज की होंद नूं दसदी है, ते सूरज के गुणां का एक रिफ्लैक्शन है, प्रतिबिंब है, रिफ्लैक्शन है। ਜਦੋਂ ਅਸੀਂ ਸੂਰਜ ਦੇ ਸਾਹਮਣੇ ਹੁੰਦੇ ਹਾਂ ਤਾਂ ਸੂਰਜ ਦੀ ਰੋਸ਼ਨੀ ਨਿੱਘ ਆਦਿਕ ਅਨੇਕਾਂ ਗੁਣਾਂ ਦਾ ਤਜਰਬਾ ਅਸੀਂ ਮੰਨਦੇ ਹਾਂ, ਉਹਦਾ ਲਾਭ ਮੰਨਦੇ ਹਾਂ। ਇਸ ਤਰ੍ਹਾਂ ਸਾਡੇ ਮਨ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ, ਮਨ ਦੇ ਭਰਮ ਭੁਲੇਖਿਆਂ ਦੇ ਹਨੇਰੇ ਵਿੱਚ ਜਦੋਂ ਆਤਮਿਕ ਪਹੁ ਫੁੱਟਦੀ ਹੈ, ਆਤਮਿਕ ਸਵੇਰ ਹੁੰਦੀ ਹੈ, ਤਾਂ ਸਾਡੇ ਮਨ ਨੂੰ ਇਲਾਹੀ ਹੁਕਮ ਦੀ ਟੋਹ ਜਿਹੀ ਪਾਉਂਦੀ ਹੈ, ਛੂਹ ਜਿਹੀ ਲੱਗਦੀ ਹੈ ਕਿ ਹੁਕਮ ਕੀ ਚੀਜ਼ ਹੈ, ਛੂਹ ਜਿਹੀ ਲੱਗਦੀ ਹੈ। ਫਿਰ ਸ਼ਰਧਾ ਪੈਦਾ ਹੁੰਦੀ ਹੈ, ਪਿਆਰ ਪੈਦਾ ਹੁੰਦਾ ਹੈ, ਭਾਵਨੀ ਉਪਜਦੀ ਹੈ, ਅੰਦਰ ਭਾਵਨੀ ਉਪਜਦੀ ਹੈ, ਪਿਆਰ ਉਪਜਦਾ ਹੈ। ਇਸ ਤਰ੍ਹਾਂ ਜਦੋਂ ਇਹ ਪਿਆਰ ਤੋਂ ਬਾਅਦ ਫਿਰ ਰੱਬੀ ਹੁਕਮ ਰੂਪੀ ਇਲਾਹੀ ਧੁੱਪ ਦਾ ਪ੍ਰਕਾਸ਼ ਤੇ ਅਸੀਂ ਨਿੱਘ ਮੰਨਦੇ ਹਾਂ। ਪਹਿਲਾਂ ਇਸ ਅਵਸਥਾ ਤੋਂ ਲੰਘਣਾ ਪੈਂਦਾ ਹੈ ਹੁਕਮ ਦੀ ਗੱਲ ਸਮਝਣ ਲਈ। ਫਿਰ ਹੁਕਮ ਕੀ, ਉਹਦੇ ਪ੍ਰਕਾਸ਼ ਤੇ ਦੀਦਾਰ ਕਰਨੇ, ਰਵਾਨਗੀ ਨੂੰ ਮਹਿਸੂਸ ਕਰਨਾ, ਨਿੱਘ ਨੂੰ ਮੰਨਣਾ, ਰੁੰਝਣ ਦਾ ਅਹਿਸਾਸ ਹੋਣਾ, ਰੁੰਝਣ ਦਾ ਅਹਿਸਾਸ ਹੋਣਾ। ਅੰਦਰ ਹਰ ਵੇਲੇ ਅੰਦਰ ਸਾਡਾ ਬਣਿਆ ਖਿੜਿਆ ਰਵੇ ਰੁੰਝਣ। ਪ੍ਰੇਮ ਰਸ ਵਿੱਚ ਮਸਤੀ ਆਉਂਦੀ ਹੈ, ਅਨੰਦ ਨਾਦਾਂ ਨਾਲ ਸੁਰ ਹੁੰਦਾ ਹੈ, ਲਗਾਤਾਰ ਇੱਕ ਰਸ ਸ਼ਬਦ ਦਾ ਆਨੰਦ ਮਾਣਦੇ ਹਾਂ। ਸਹਿਜ ਚਾਲ ਵਿੱਚ ਜੀਵਨ ਤੁਰਦਾ ਹੈ। ਜਦੋਂ ਹੁਕਮ ਦੀ ਵਿਚਾਰ ਹੁੰਦੀ, ਉਹ ਜੀਵਨ ਸਹਿਜਦਾ ਹੋ ਜਾਂਦਾ ਹੈ। ਨਾ ਤੇ ਭੁੱਖ, ਨਾ ਨੀਂਦ, ਨਾ ਖਾਣਾ ਸੋਵਣਾ। ਉੱਥੇ ਇਹ ਅਵਸਥਾ ਦੀ ਗੱਲ ਹੈ, ਉਹ ਸਹਿਜ ਦਾ ਜੀਵਨ ਹੈ। ਇਹ ਹੁਕਮ ਦਾ ਬੁੱਝਣਾ, ਜਾਣਨਾ, ਪਹਿਚਾਨਣਾ, ਇਹਨੂੰ ਹੀ ਕਿਹਾ ਜਾਂਦਾ ਹੈ ਜਦੋਂ ਸਾਡੇ ਜੀਵਨ ਵਿੱਚ ਇਹ ਤਬਦੀਲੀ, ਇਹ ਚੇਂਜ ਜਿਹੜੀ ਹੈ ਉਹ ਆ ਜਾਂਦੀ ਹੈ। ਦੂਜੇ ਸ਼ਬਦਾਂ 'ਚ ਆਪਾਂ ਗੱਲ ਕਰੀਏ ਕਿ ਅਕਾਲ ਪੁਰਖ ਦੇ ਪ੍ਰਤੱਖ ਦੀਦਾਰਿਆਂ ਤੋਂ ਪਹਿਲਾਂ ਇਲਾਹੀ ਹੁਕਮ ਦੀ ਪ੍ਰਵਿਰਤੀ ਹੀ ਸਾਡੇ ਲਈ ਇਲਾਹੀ ਹੋਂਦ ਦਾ ਇੱਕ ਨਿਸ਼ਾਨ ਹੈ। ਬਸ ਇਹ ਜਿਹੜਾ ਪੋਹ ਫੁਟਾਲੇ ਦੀ ਮੈਂ ਗੱਲ ਕੀਤੀ ਹੈ, ਜਦੋਂ ਸਾਡੇ ਅੰਦਰ ਚੇਂਜ ਆਉਂਦੀ ਹੈ ਨਾ, ਜਦੋਂ ਸਾਡੇ ਅੰਦਰ ਥੋੜ੍ਹੀ ਜਿਹੀ ਚੇਂਜ ਆਉਂਦੀ, ਕੀ ਸ਼ਰਧਾ ਦੀ, ਪਿਆਰ ਦੀ, ਰਸ ਦੀ ਇੱਕ ਨਿਸ਼ਾਨੀ ਹੈ ਕਿ ਹੁਣ ਸੂਰਜ ਚੜ੍ਹਨ ਵਾਲਾ ਹੈ। ਸੱਚਮੁੱਚ ਕਿਤੇ ਬਾਣੀ ਪੜ੍ਹਦੇ ਹਾਂ, ਇੰਨਾ ਰਸ ਆ ਜਾਏ, ਇੰਨਾ ਆਨੰਦ ਆ ਜਾਏ, ਇੰਨਾ ਵਿਚਾਰ ਬਣ ਜਾਏ, ਤਾਂ ਫਿਰ ਗੱਲ ਜਿਹੜੀ ਹੈ ਉਹ ਬਣ ਜਾਂਦੀ ਹੈ। ਜਿੰਨਾ ਚਿਰ ਇਲਾਹੀ ਹੁਕਮ ਨੂੰ, ਉਸ ਪਿਆਰੇ ਦੇ ਹੁਕਮ ਨੂੰ ਬੁੱਝਿਆ ਨਹੀਂ ਜਾਂਦਾ,
ਉਸਦੇ ਗੁਣਾਂ ਦਾ ਨਿੱਜੀ ਤਜਰਬਾ ਨਹੀਂ ਹੁੰਦਾ, ਉਹਨਾਂ ਚਿਰ ਅਸੀਂ ਦੁਨੀਆ ਦੇ ਇਸ ਭਰਮ ਭੁਲਾਵੇ ਦੇ ਹਨੇਰ ਵਿੱਚ ਹੀ ਠੋਕਰਾਂ ਖਾਂਦੇ ਰਹਾਂਗੇ। ਹਉਮੈ ਦੀਆਂ ਟੱਕਰਾਂ ਹੀ ਸਾਨੂੰ ਵੱਜਦੀਆਂ ਰਹਿਣਗੀਆਂ। ਗੁਰੂ ਸਾਹਿਬ ਕਹਿੰਦੇ, ਜਬ ਲਗ ਹੁਕਮ ਨਾ ਬੁਝਤਾ ਤਬ ਹੀ ਲੋ ਦੁਖੀਆ, ਪਰ ਗੁਰ ਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਗੁਰੂ ਅਰਜਨ ਦੇਵ ਮਹਾਰਾਜ ਦਾ ਇਹ ਬੋਲ ਹੈ 400 ਅੰਕ ਦੇ ਉੱਤੇ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ, ਜਬ ਲਗ ਹੁਕਮ ਨਾ ਬੁਝਤਾ ਤਬ ਹੀ ਲੋ ਦੁਖੀਆ, ਗੁਰ ਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਸ਼ਬਦ ਸ਼ੁਰੂ ਹੁੰਦਾ, ਡੀਗਨ ਡੋਲਾ ਤਉ ਲੋ, ਜੋ ਮਨ ਕੇ ਭਰਮਾ ਭਰਮ ਕਾਟੇ ਗੁਰ ਆਪਣੇ ਪਾਏ ਵਿਸਰਾਮਾ। ਇੱਥੋਂ ਓਏ ਵਿਖਾਦੀ ਦੁਖੀਆ, ਓਏ ਹਮ ਤੇ ਛੂਟੇ, ਸਾਰਾ ਸ਼ਬਦ ਉੱਥੇ ਜਬ ਲਗ ਹੁਕਮ ਨਾ ਬੁਝਤਾ ਤਬ ਹੀ ਲੋ ਦੁਖੀਆ, ਗੁਰ ਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਪਰ ਇਹ ਕਦੋਂ? ਹੁਕਮੀ ਬੰਦਾ ਬਣ ਕੇ। ਅਸੀਂ ਆਪੋ ਆਪਣੀਆਂ ਹਉਮੈ ਦੀਆਂ ਕਾਲ ਕੋਠੜੀਆਂ ਦੇ ਅੰਧ ਗੁਬਾਰ ਵਿੱਚ ਜੀਵਨ ਬਤੀਤ ਕਰ ਰਹੇ ਹਾਂ। ਪਿਆਰਿਓ, ਅਸੀਂ ਜੀਵਨ ਸਾਡਾ ਹਨੇਰੇ ਵਿੱਚ ਹੈ, ਅੰਧ ਗੁਬਾਰ ਵਿੱਚ ਹੈ, ਜਿਸ ਕਾਰਨ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਉਸ ਰਵ ਰਹੇ ਵਿਚਰ ਰਹੇ ਹੁਕਮ ਤੋਂ ਬੇਖਬਰ, ਬੇਅੰਚਾਨ, ਬੇਪਰਵਾਹ ਅਗਿਆਨਤਾ ਵਿੱਚ ਦੇ ਭੁਲੇਖੇ ਵਿੱਚ ਹੀ ਤੁਰੇ ਫਿਰਦੇ ਹਾਂ। ਬੇਖਬਰ, ਬੇਅੰਜਾਨ, ਸਾਨੂੰ ਕੁਝ ਵੀ ਅਜੇ ਤੱਕ ਵੀ ਇਹ ਸਮਝ ਨਹੀਂ ਆਈ। ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੇ ਕੋਏ। ਇਹ ਵੱਡਾ ਗੁਬਾਰ ਹੈ, ਹਉਮੈ ਹਨੇਰਾ ਹੈ, ਜਿਹਦੇ ਵਿੱਚ ਅਸੀਂ ਵਿਚਰਦੇ ਹਾਂ। ਤੇ ਗੁਰਬਾਣੀ ਉਸ ਵਾਹਿਗੁਰੂ ਜੀ ਦੇ ਹੁਕਮ ਦੀ ਸ਼ੁਭ ਗਿਆਨ ਬਿਆਨ ਇਉਂ ਕਰਦੀ ਹੈ। ਸਤਿਗੁਰ ਕਹਿੰਦੇ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਮਨ ਮੇਰੇ ਸਤਿਗੁਰ ਕੈ ਭਾਣੇ ਚੱਲ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਝੋਟਾਂ ਖਾਵੇ। ਕਿੰਨੇ ਗੁਰੂ ਸਾਹਿਬ ਜੀ ਸਿੱਖਿਆ ਦਿੱਤੀ, ਹੁਕਮ ਪਛਾਣ ਹੈ ਖਸਮ ਕਾ ਦੂਜੀ, ਅਵਰ ਸਿਆਨ ਪਕਾਏ। ਹੁਕਮ ਪਛਾਣੇ ਖਸਮ ਕਾ ਦੂਜੀ, ਅਵਰ ਸਿਆਨ ਪਕਾਏ। ਮਹਾਰਾਜ ਕਹਿੰਦੇ ਨੇ, ਰਾਮਪੀਰ ਰਾਗ ਚ ਬਚਨ ਹੈ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਫਿਰ ਕਹਿੰਦੇ ਨੇ ਇੱਕ ਕਮਾਲ ਦੀ ਗੱਲ ਕਹਿੰਦੇ ਨੇ ਸਤਿਗੁਰ ਸੋਠ ਰਾਗ ਵਿੱਚ, ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਇਹੜ ਤੇੜ, ਇੱਧਰ ਉੱਧਰ ਦੀਆਂ ਗੱਲਾਂ। ਪਿੱਛੇ 52 ਅੱਖਰੀ ਵਿੱਚ ਵੀ ਸ਼ਾਇਦ ਸ਼ਬਦ ਆਇਆ ਸੀ ਇਹੜ ਤੇੜ, ਉਹਦੇ ਚ ਵੀ ਇਹ ਵਿਚਾਰ ਹੋਈ ਸੀ। ਇਹੜ ਤੇੜ ਕੀ ਹੈ? ਇੱਧਰ ਉੱਧਰ ਦੀਆਂ ਗੱਲਾਂ, ਇਹਨੂੰ ਛੱਡ। ਗੁਰਬਾਣੀ ਦਾ ਪਾਠ, ਗਾਇਨ, ਕਥਾ ਕਰ ਲੈਂਦੇ ਹਾਂ, ਆਪੋ ਆਪਣੇ ਮਨ ਨੂੰ ਕਲਪਤ ਧਾਰਮਿਕ ਨਿਸ਼ਚਿਆਂ ਤੋਂ ਸੰਤੁਸ਼ਟ ਵੀ ਹਾਂ, ਕਰਨਾ ਚਾਹੀਦਾ ਵੀ ਹੈ। ਪਰ ਅਸੀਂ ਭਲੇ ਭਲੇਰੇ ਆਪਣੇ ਆਪ ਨੂੰ ਸਮਝ ਬੈਠੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਮਨ ਨਾਲ ਧੋਖਾ ਕਰਦੇ ਹਾਂ। ਅਸੀਂ ਖੜੇ ਹੋ ਜਾਂਦੇ ਇੱਕ ਥਾਂ ਦੇ ਉੱਤੇ, ਬਸ ਠੀਕ ਹੈ ਜੀ, ਅਸੀਂ ਕਰ ਰਹੇ ਹਾਂ ਨਾ, ਬਸ ਨਿਤਨੇਮ ਹੋ ਗਿਆ, ਇੰਨਾ ਹੀ ਬੜਾ ਜੀ, ਸਾਡਾ ਮਾਲਕ ਨੇ ਕਿਰਪਾ ਕੀਤੀ ਹੋਈ ਹੈ। ਗੁਰੂ ਪਾਤਸ਼ਾਹ ਨੇ ਸਾਨੂੰ ਇੱਥੇ ਖੜੇ ਹੋਣ ਦੀ ਗੱਲ ਨਹੀਂ ਕੀਤੀ। ਇਹ ਤਾਂ ਗੱਲ ਗੁਰੂ ਸਾਹਿਬ ਨੇ ਬਾਣੀ ਵਿੱਚ ਲਿਖੀ, ਪੰਡਿਤ ਵਾਚੇ ਪੋਥੀਆਂ ਨਾ ਬੂਝੇ ਵਿਚਾਰ, ਅਨਕੋ ਮਤੀ ਦੇ ਚੱਲਣੇ ਮਾਇਆ ਕਾ ਵਪਾਰ। ਕਥਨੀ ਝੂਠੀ ਜਗ ਭਾਵੇ ਰਹਿਣੀ, ਰਹਿਣੀ ਸ਼ਬਦ ਸੁਸਾਰ। ਤੇ ਗੁਰੂ ਸਾਹਿਬ ਜੀ ਨੇ ਗੱਲ ਕੀਤੀ ਸ਼੍ਰੀ ਰਾਗ ਦੇ ਵਿੱਚ, ਵੇਦ ਪੜ੍ਹਿਆ ਰਸ ਨਹੀਂ ਆਇਆ, ਬਾਦ ਬਖਾਨੇ ਮੋਹੇ ਮਾਇਆ। ਮਾਈ ਰਾਗ ਦਾ ਸ਼ਬਦ ਆਉਂਦਾ ਗੁਰੂ ਪਾਤਸ਼ਾਹ ਜੀ ਦਾ। ਤੋ ਸਤਿਗੁਰੂ ਜੀ ਨੇ ਸਾਨੂੰ ਇਹ ਗੱਲ ਬੜੀ ਪਿਆਰ ਨਾਲ ਸਮਝਾਈ ਹੈ ਵੀ ਇਕੱਲੀ ਗੱਲ ਇੱਥੇ ਖੜੀ ਨਹੀਂ ਹੋਣੀ। ਜਦ ਤਾਈਂ ਧੁੱਪ ਨਹੀਂ ਦਿਸਦੀ, ਸਾਡੇ ਤੋਂ ਸੂਰਜ ਉਹਲੇ ਹੈ। ਇਸ ਤਰ੍ਹਾਂ ਜਦ ਤਾਈਂ ਅਸੀਂ ਉਸ ਦੇ ਹੁਕਮ ਨੂੰ ਨਹੀਂ ਪਛਾਣਦੇ, ਉਹਨਾਂ ਚਿਰ ਹੁਕਮੀ ਜਾਂ ਅਕਾਲ ਪੁਰਖ ਦਾ ਪੂਰਨ ਵਿਸ਼ਵਾਸ ਜਾਂ ਸ਼ਰਧਾ ਸਾਡੇ ਅੰਦਰ ਨਹੀਂ ਆ ਸਕਦੀ। ਇਸ ਕਰਕੇ ਹੁਕਮ ਅਤੇ ਹੁਕਮੀ ਦੀ ਗੱਲ, ਜੋ ਕੁਝ ਵੀ ਅਸੀਂ ਕਰਦੇ ਹਾਂ ਜਾਂ ਸੁਣੇ ਸੁਣਾਉਂਦੇ ਹਾਂ ਜਾਂ ਜੋ ਕੁਝ ਸਮਝਦੇ ਹਾਂ, ਇਹ ਉਪਰਾ ਜਿਹਾ ਦਿਮਾਗੀ ਫੋਕਾ ਗਿਆਨ ਤਾਂ ਹੈ, ਪਰ ਇਹ ਗਿਆਨ ਸਾਨੂੰ ਰੱਬ ਦੇ ਨੇੜੇ ਨਹੀਂ ਲਿਜਾ ਸਕਦਾ ਜਦ ਤੱਕ ਅੰਦਰ ਭਾਵਨੀ, ਪਿਆਰ, ਸ਼ਰਧਾ, ਰਸ, ਖੇੜਾ, ਆਨੰਦ, ਉਹ ਚੀਜ਼ਾਂ ਅੰਦਰ ਨਹੀਂ ਮਿਲਦੀਆਂ। ਉਹ ਜ਼ਰੂਰੀ ਹਨ। ਇਸ ਦਾ ਮਤਲਬ ਅੰਦਰੋਂ ਹੋਣਾ, ਨੇੜੇ ਚਾਨਣ ਹੋਣਾ ਬੜਾ ਜ਼ਰੂਰੀ ਹੈ। ਜਿਉਂ-ਜਿਉਂ ਸ਼ਾਮ ਨੂੰ ਸੂਰਜ ਢਲਦਾ ਹੈ, ਤਿਉਂ-ਤਿਉਂ ਹਨੇਰਾ ਹੁੰਦਾ ਜਾਂਦਾ ਹੈ, ਤੇ ਅਸੀਂ ਹਨੇਰੇ 'ਚ ਫਿਰ ਠੋਕਰਾਂ ਖਾਂਦੇ ਹਾਂ। ਇਸੇ ਤਰ੍ਹਾਂ ਜਿਵੇਂ-ਜਿਵੇਂ ਸਵੇਰੇ ਸੂਰਜ ਨੇੜੇ ਆਉਂਦਾ ਹੈ, ਤਿਉਂ-ਤਿਉਂ ਚਾਨਣ ਦਾ ਪ੍ਰਕਾਸ਼ ਜਿਹੜਾ ਹੈ ਉਹ ਵੱਧਦਾ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਹੀ ਜਿਉਂ-ਜਿਉਂ ਅਸੀਂ ਰੱਬ ਨੂੰ ਭੁਲਾ ਕੇ ਆਪਣੇ ਹਉਮੈ ਦੀ ਨਿੱਕੀ ਜਿਹੀ ਡੂੰਘੀ ਖੱਡ ਵਿੱਚ ਉਤਰਦੇ ਜਾਂਦੇ ਹਾਂ, ਤਿਵੇਂ-ਤਿਵੇਂ ਉਹ ਤਾਂ ਇਲਾਹੀ ਪ੍ਰਕਾਸ਼
ਆਤਮਿਕ ਰੂਹਾਨੀਤਾ ਘਟਦੀ ਜਾਂਦੀ ਹੈ। ਮਾਇਕ ਹਨੇਰੇ ਦਾ ਅੰਧ ਗੁਬਾਰ ਤੇ ਅਸੀਂ ਸਾਡੇ ਤੇ ਵਿੱਚ ਅਸੀਂ ਖੁਆਰ ਹੁੰਦੇ ਰਹਿੰਦੇ ਹਾਂ ਉਸ ਹਨੇਰੇ ਦੇ। ਸਤਿਗੁਰ ਕਹਿੰਦੇ ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ, ਫਿਰ ਖੁਆਰੀ ਖੁਆਰੀ ਹੈ। ਫਿਰ ਸਤਿਗੁਰ ਕਹਿੰਦੇ ਹਰ ਕੇ ਨਾਮ ਬਿਨਾ ਦੁੱਖ ਪਾਵੇ, ਭਗਤ ਬਿਨਾ ਸਹਿਸਾ ਨਹੀਂ ਚੁੱਕੇ, ਗੁਰ ਇਹ ਭੇਦ ਬਤਾਵੇ। ਗੱਲ ਵੀ ਗੁਰੂ ਤੋਂ ਸਮਝ ਆਉਂਦੀ ਹੈ, ਗੱਲ ਵੀ ਗੁਰੂ ਸਮਝਾਉਂਦਾ ਹੈ, ਗੱਲ ਵੀ ਗੁਰੂ ਦੱਸਦਾ ਹੈ। ਤਾਂ ਇਸ ਦੇ ਉਲਟ ਜਿਉਂ ਅਸੀਂ ਸਾਧ ਸੰਗਤ ਕਰਦੇ ਹਾਂ, ਅਸੀਂ ਆਪਣੀ ਹਉਮੈ ਦੀ ਹਨੇਰ ਕੋਠੜੀ ਵਿੱਚੋਂ ਮਨ ਦੇ ਰੁੱਖ ਨੂੰ ਮੋੜ ਕੇ ਉਸ ਆਤਮਿਕ ਹੁਲਾਰਿਆਂ ਵੱਲ ਨੂੰ ਤੁਰਦੇ ਹਾਂ। ਤਿਵੇਂ ਤਿਵੇਂ ਸਾਡੇ ਅੰਦਰ ਆਤਮਿਕ ਪ੍ਰਕਾਸ਼, ਹੁਕਮ, ਨਾਮ, ਸ਼ਬਦ ਦੀ ਰੋਸ਼ਨੀ ਵਿੱਚ ਅਸੀਂ ਫਿਰ ਸੁੱਖ ਮਾਨਣ ਲੱਗਦੇ ਹਾਂ ਜਦੋਂ ਅਸੀਂ ਇਹ ਵਿਚਾਰ ਕਰਦੇ ਹਾਂ। ਤੇ ਦੋ ਅੱਡ ਹਨ, ਇੱਕ ਦੂਜੇ ਉਲਟ ਹਨ। ਇੱਕ ਪਾਸੇ ਮਨ ਦੇ ਰੁੱਖ ਹੈ, ਰੱਬ ਦੀ ਯਾਦ ਜਾਂ ਸਿਮਰਨ ਚਾਓ ਗੁਰਮੁਖਤਾਈ ਹੈ। ਪਿਆਰਿਓ, ਰੱਬ ਦਾ ਭੁੱਲ ਜਾਣਾ ਵਿਸਰਤਾ ਹੈ, ਇਹ ਮਨ ਮੁਖਤਾਈ ਹੈ, ਹਉਮੈ ਦਾ ਪ੍ਰਗਟਾਵਾ ਹੈ। ਦੁੱਖ ਤਦੇ ਜਾਂ ਵਿਸਰ ਜਾਵੇ, ਫਿਰ ਜੀਵਨ ਵਿੱਚ ਸੁੱਖ ਨਹੀਂ ਹੈ। ਤੋ ਜੀਵ ਲਈ ਇੱਕ ਬੜੀ ਚੁਣੌਤੀ ਹੈ ਸਾਡੇ ਸਾਹਮਣੇ ਵੀ ਅਸੀਂ ਇਹ ਕੀ ਕਰਨਾ, ਕੀ ਨਹੀਂ ਕਰਨਾ। ਇਹ ਫੈਸਲਾ ਵੀ ਨਿਰਣਾ ਜਿਹੜਾ ਹੈ ਆਤਮਿਕ ਨਿਰਣਾ ਅਸੀਂ ਕਰਨਾ ਹੈ। ਗੁਰਬਾਣੀ ਨੇ ਬਾਰ-ਬਾਰ ਸਾਨੂੰ ਇਹ ਗੱਲਾਂ ਸਮਝਾਈਆਂ ਹਨ। ਅਸੀਂ ਗੋਲਦੇ ਨਹੀਂ, ਸਮਝਦੇ ਨਹੀਂ। ਵਿਸ਼ਵਾਸ ਦੀ ਲੋੜ ਹੈ, ਸਾਨੂੰ ਵਿਸ਼ਵਾਸ ਨਹੀਂ ਹੈ, ਭਰੋਸਾ ਨਹੀਂ ਹੈ। ਗੁਰਬਾਣੀ ਦੇ ਹੁਕਮ ਨੂੰ ਉੱਤੇ ਅਸੀਂ ਟਿਕਾਉ ਨਹੀਂ ਲਿਆਉਂਦੇ। ਜਾਣ ਬੁੱਝ ਕੇ ਮਸਲੇ ਵੀ ਕਈ ਵਾਰੀ ਬਣ ਜਾਂਦੇ ਆ, ਵੇਸਲੇ ਬਣ ਜਾਂਦੇ ਆ, ਬੇਪਰਵਾਹ ਬਣ ਜਾਂਦੇ ਆ। ਪੜ੍ਹ ਸੁਣ ਕੇ ਵੀ ਸਾਡੀ ਜ਼ਿੰਦਗੀ ਇਹੋ ਜਿਹੀ ਹੈ। ਇਲਾਹੀ ਹੁਕਮ ਦੇ ਬੁੱਝਣ ਜਾਂ ਪਛਾਣਨ ਦੀ ਅਸੀਂ ਜ਼ਰੂਰਤ ਜਾਂ ਉਹਦੀ ਵਡਿਆਈ ਨੂੰ ਅਸੀਂ ਕਦੇ ਸੋਚਦੇ ਹੀ ਨਹੀਂ ਹੈ ਵੀ ਉਹਦੀ ਵਡਿਆਈ ਕੀ ਹੈ। ਜੇ ਗੁਰਬਾਣੀ ਨੂੰ ਪੜ੍ਹ ਕੇ ਦੇਖੀਏ ਤਾਂ ਸਤਿਗੁਰ ਕਹਿੰਦੇ ਹੁਕਮ ਪਛਾਣੇ ਇੱਕੋ ਜਾਣੇ, ਬੰਦਾ ਕਹੀਐ ਸੋਈ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਗੁਰਬਾਣੀ ਇਹ ਗੱਲ ਕਹਿੰਦੀ ਹੈ, ਗੁਰਮੁਖ ਹੋਏ ਸੋ ਹੁਕਮ ਪਛਾਣੇ, ਮਾਨੇ ਹੁਕਮ ਸਮਾਇਂਦਾ। ਗੁਰਬਾਣੀ ਇਹ ਗੱਲ ਸਮਝਾਉਂਦੀ ਹੈ। ਗੁਰਬਾਣੀ ਦੱਸਦੀ ਹੈ ਜਿਹਨੇ ਹੁਕਮ ਨੂੰ ਪਛਾਣ ਲਿਆ ਉਹ ਗੁਰਮੁਖ ਜਨ ਹੈ। ਅਸੀਂ ਤਾਂ ਹਰ ਕਿਸੇ ਨੂੰ ਕਹਿੰਦੇ ਆਓ ਗੁਰਮੁਖੋ, ਆਓ ਗੁਰਮੁਖੋ, ਆਓ ਗੁਰਮੁਖੋ। ਬੜੀ ਹੈਰਾਨੀ ਦੀ ਗੱਲ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰਮੁਖ ਕੌਣ ਹੈ? ਜਿਹਨੇ ਅਕਾਲ ਪੁਰਖ ਨੂੰ ਜਾਣ ਲਿਆ ਹੈ, ਜਿਹਨੇ ਪ੍ਰਭੂ ਦਾ ਭੇਦ ਮੰਨ ਲਿਆ ਹੈ, ਜਿਹਨੇ ਹੁਕਮ ਦੇ ਜਿਹੜਾ ਪ੍ਰਭੂ ਦੇ ਹੁਕਮ ਵਿੱਚ ਸਮਾ ਗਿਆ ਹੈ। ਪਰ ਅਸੀਂ ਦੁਨੀਆ ਦੇ ਵਿੱਚ ਵਿਚਰਦੇ ਹੋਏ ਹੈਰਾਨੀ ਦੀ ਗੱਲ ਇਹ ਹੈ, ਦੁਖਦਾਈ ਗੱਲ ਵੀ ਹੈ, ਅਸੀਂ ਉਹਦੇ ਹੁਕਮ ਨੂੰ ਸਮਝਣ, ਜਾਣਨ, ਬੁੱਝਣ, ਪਛਾਣਨ, ਮੰਨਣ, ਕਮਾਉਣ ਦੀ ਬਜਾਏ ਹੁਕਮ ਨੂੰ ਦਿਮਾਗੀ ਵਿਸ਼ਾ, ਫੋਕੇ ਗਿਆਨ ਦਾ ਪ੍ਰਗਟਾਵਾ, ਗਲਤ ਅਰਥ ਕਰਨੇ, ਸਿਆਣਪਾਂ ਘੋਟਣੀਆਂ, ਉਪਰੇ ਉਪਰੇ ਵਿਖਿਆਨ ਕਰਨੇ, ਪੈਸੇ ਕਮਾਉਣੇ, ਵਾਹ ਲੈਣੀ, ਬਸ ਇਹਦਾ ਹੀ ਜ਼ਰੀਆ ਬਣਾ ਛੱਡਿਆ ਹੈ। ਅੱਜ ਸਾਡੀ ਅਣਗਹਿਲੀ, ਅਗਿਆਨਤਾ, ਭਰਮ ਭੁਲਾਵੇ, ਸਾਡਾ ਅਵਿਸਲਾ ਮਨ, ਸਾਡਾ ਬੇਪਰਵਾਹ, ਢੀਠਤਾਈ, ਮਨਮੁਖਤਾਈ ਨੂੰ ਅਸੀਂ ਛੁਪਾਉਣ ਦਾ ਇੱਕ ਬਹਾਨਾ ਲਾ ਲਿਆ। ਬਸ ਉਹ ਦਿਖਾਵਾ ਅਸੀਂ ਕਰ ਦਿੰਦੇ ਹਾਂ, ਬਾਕੀ ਹੋਰ ਕੁਝ ਵੀ ਇਸ ਤੋਂ ਅੱਗੇ ਅਸੀਂ ਨਹੀਂ ਤੁਰਦੇ। ਇਸ ਤਰ੍ਹਾਂ ਅਸੀਂ ਗੁਰਬਾਣੀ ਪੜ੍ਹਦੇ, ਸੁਣਦੇ, ਗਾਇਨ ਕਰਦੇ, ਕਥਾ ਕਰਦੇ, ਗੁਰਬਾਣੀ ਦਾ ਅਰਥ ਅਨਰਥ ਜਾਂ ਦੂਜੇ ਪਾਸੇ ਕਹਿ ਲਈਏ ਕਿ ਮਨੋਕਲਪਿਤ ਭਾਵਨਾਵਾਂ, ਉਪਰੇ ਜੋਸ਼, ਅਨਰਥ ਵੀ ਕਰ ਜਾਂਦੇ ਹਾਂ। ਕਿਉਂ? ਕਿ ਸਾਡੇ ਅੰਦਰ ਅਨੁਭਵੀ ਅਵਸਥਾ ਨੂੰ ਮਾਨਣ ਦਾ ਅਜੇ ਚਾਉ ਪੈਦਾ ਨਹੀਂ ਹੋਇਆ। ਜਦ ਤੱਕ ਉਹ ਚਾਉ ਪੈਦਾ ਨਹੀਂ ਹੁੰਦਾ, ਉਦੋਂ ਤੱਕ ਉਸ ਦੇ ਹੁਕਮ ਦੀ ਸਮਝ ਵੀ ਨਹੀਂ ਆਉਂਦੀ। ਗੁਰੂ ਕਿਰਪਾ ਕਰੇ ਸਾਨੂੰ ਇਸ ਹੁਕਮ ਦੀ ਸਮਝ ਆ ਜਾਏ, ਅਸੀਂ ਹੁਕਮੀ ਬੰਦੇ ਬਣ ਕੇ ਅੰਦਰ ਗਿਆਨ ਦਾ, ਰੋਸ਼ਨੀ ਦਾ, ਆਤਮਿਕ ਹੁਲਾਰਿਆਂ ਦਾ ਨਿੱਘ ਮਾਣ ਸਕੀਏ। ਉਸ ਬਾਹਰੀ ਗਿਆਨ ਦੀ ਨਹੀਂ, ਅੰਦਰਲੇ ਗਿਆਨ ਨੂੰ ਜੋ ਗੁਰੂ ਸਾਨੂੰ ਬਖਸ਼ਿਸ਼ ਕਰਦਾ ਹੈ, ਅੰਦਰ ਦੀ ਰੋਸ਼ਨੀ ਸਾਨੂੰ ਗੁਰੂ ਬਖਸ਼ਿਸ਼ ਕਰਦਾ ਹੈ, ਉਸ ਰੋਸ਼ਨੀ ਦਾ ਨਿੱਘ ਵੀ ਅਸੀਂ ਮਾਣ ਸਕੀਏ। ਉਹ ਪੋਹ ਫਟਾਲਾ ਸਾਡੇ ਅੰਦਰ ਆਵੇ, ਅਸੀਂ ਉਹ ਸ਼ਰਧਾ, ਭਾਵਨੀ ਤੇ ਪ੍ਰੇਮ ਰੰਗ ਦੇ ਵਿੱਚ ਆਪਣੇ ਆਪ ਨੂੰ ਰੰਗ ਕੇ ਫਿਰ ਉਸ ਖਿੜੇ ਹੋਏ ਸੂਰਜ ਦਾ, ਚੜ੍ਹੇ ਹੋਏ ਸੂਰਜ ਦੀ ਰੋਸ਼ਨੀ ਦਾ ਆਨੰਦ ਮਾਣੀਏ, ਹੁਲਾਰੇ ਮਾਣੀਏ ਤੇ ਜੀਵਨ ਰੋਹ ਵਿੱਚ ਸਫਲਤਾ ਵੀ ਪ੍ਰਾਪਤ ਕਰੀਏ। ਗੁਰੂ ਕੀ ਅਰਦਾਸ ਬੇਨਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀਓ, ਸਾਨੂੰ ਹਉਮੈ ਤੋਂ ਕੱਢ ਕੇ ਆਪਣੇ ਹੁਕਮ ਦੀ ਖੇਡ ਵਿੱਚ ਲੈ ਜਾਓ, ਤਦ ਕਿ ਸਾਡਾ ਲੋਕ ਪਰਲੋਕ ਸੁਹੇਲਾ ਹੋ ਜਾਏ। ਇਹਨੇ ਬਚਨ ਪ੍ਰਵਾਨ ਕਰਨੇ। ਇੱਕ ਹਫ਼ਤਾ ਦੀ ਵਿਚਾਰ ਆਪਾਂ ਹੋਰ ਕਰਾਂਗੇ, ਉਸ ਤੋਂ ਬਾਅਦ ਇਸ ਵਿਸ਼ੇ ਦੀ ਸਮਾਪਤੀ ਕਰਾਂਗੇ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।